ਤਾਂ ਹੁਨਰ ਹੋਵੇਗਾ, ਕੋਈ ਤਾਂ ਕਲਾ ਹੋਵੇਗੀ। ਲੋਕੀ ਐਵੇਂ ਤਾਂ ਬੁੱਤਾਂ ਨੂੰ ਸਿਜਦਾ ਨਹੀਂ ਕਰਦੇ। ਕਿਸੇ ਸ਼ਾਇਰ ਨੇ ਬਹੁਤ ਸੋਹਣੇ ਸ਼ਬਦਾਂ ਵਿੱਚ ਇਹ ਗੱਲ ਕਹੀ ਆ। ਸੋ ਦੋਸਤੋ, ਪ੍ਰੋਗਰਾਮ ਸ਼ੌਂਕ ਵਲੜੇ ਵਿੱਚ ਤੁਹਾਡਾ ਸਵਾਗਤ ਹੈ ਤੇ ਜੀ ਮੈਂ ਆ ਤੁਹਾਡਾ ਮੇਜ਼ਬਾਨ ਕਮਲਜੀਤ ਸਿੰਘ ਸਿੱਧੂ। ਦੋਸਤੋ, ਅੱਜ ਤੁਹਾਨੂੰ ਲੈ ਕੇ ਆਏ ਆ ਮੋਗੇ ਦੇ ਪਿੰਡ ਘੱਲ ਕਲਾਂ ਦੇ ਵਿੱਚ ਤੇ ਗੱਲ ਕਰਾਂਗੇ ਜੀ ਅਸੀਂ ਬਿਲਕੁਲ ਇੱਕ ਇਹੋ ਜਿਹੀ ਕਲਾ ਦੇ ਬਾਰੇ ਵਿੱਚ ਜਿਸ ਕਲਾ ਦੀ ਜਿਹੜੇ ਚਰਚੇ ਆ ਬੜੀ ਦੂਰ ਦੂਰ ਤੱਕ ਹੋਏ ਆ ਤੇ ਮੈਂ ਇਸ ਟਾਈਮ ਖੜੋਤਾ ਮਹਾਨ ਦੇਸ਼ ਭਗਤ ਪਾਰਕ ਪਿੰਡ ਘੱਲ ਕਲਾਂ ਦੇ ਵਿੱਚ। ਜੀ ਹਾਂ, ਇਸ ਘੁੱਗ ਵਸਦੇ ਪਿੰਡ ਦੀ ਜਿਹੜੀ ਪਛਾਣ ਬਹੁਤ ਦੂਰ ਦੂਰ ਤੱਕ ਵਿਦੇਸ਼ਾਂ ਤੱਕ ਹੋ ਚੁੱਕੀ ਆ। ਕਿਸ ਕਾਰਨ ਹੋਈ ਆ? ਜੀ ਹਾਂ, ਇੱਥੇ ਇੱਕ ਉਹ ਬੁੱਤ ਸਿਰਜਕ ਰਹਿੰਦਾ ਆ ਜਿਹਦੀ ਚਰਚਾ ਅੱਜ ਵਿਦੇਸ਼ਾਂ ਤੱਕ ਵੀ ਹੋਈ ਆ ਤੇ ਸ਼ੌਂਕ ਵਲੜੇ ਵਿੱਚ ਅੱਜ ਉਸ ਬੁੱਤ ਸਿਰਜਕ ਨਾਲ ਹੀ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਜਿਹੜੇ ਬੁੱਤ ਹੈਗੇ ਉਹ ਸਿਰਜੇ ਜਾਂਦੇ ਆ ਔਰ ਕਿਸ ਤਰੀਕੇ ਉਹਨਾਂ ਨੇ ਜਿਹੜੀ ਆਪਣੀ ਪਛਾਣ ਆ ਉਹ ਬਣਾਈ ਆ। ਤੇ ਆਓ ਚੱਲ ਕੇ ਉਹਨਾਂ ਨਾਲ ਕਰਦੇ ਆ ਗੱਲਬਾਤ। Jurif.com
ਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਬਾਬੇ ਨਜ਼ਮੀ ਹੋਰਾਂ ਦਾ ਇਹ ਸ਼ੇਰ ਜਿਹੜਾ ਹੈਗਾ ਉਹ ਉੱਥੇ ਲਿਖਿਆ ਮੈਂ ਪੜ੍ਹ ਰਿਹਾ ਹੈਗਾ, ਔਰ ਮਗਰ ਉਹਨਾਂ ਦੀ ਜਿਹੜੀ ਮੂਰਤੀ ਉਹ ਹੈਗੀ ਆ। ਤੇ ਮੈਂ ਜਿਸ ਸ਼ਖਸੀਅਤ ਨਾਲ ਮੈਂ ਚਰਚਾ ਕੀਤੀ ਸੀ ਕਿ ਤੁਹਾਨੂੰ ਮਿਲਾਉਣਾ, ਤੇ ਉਹ ਮੇਰੇ ਨਾਲ ਇਸ ਟਾਈਮ ਹਾਜ਼ਰ ਨੇ। ਮੇਰੀ ਮੁਰਾਦ ਸਰਦਾਰ ਮਨਜੀਤ ਸਿੰਘ ਗਿੱਲ, ਪਿੰਡ ਘੱਲ ਕਲਾਂ, ਜਿਹੜੇ ਕਿ ਬੁੱਤ ਸਿਰਜਕ ਨੇ, ਸਿਰਜਣਾ ਕਰਦੇ ਨੇ। ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਬੁਲਾਉਂਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਮਲਜੀਤ ਸਿੱਧੂ ਜੀ, ਸਵਾਗਤ ਹੈ ਸਾਡੇ ਪ੍ਰੋਗਰਾਮ ਸ਼ੌਂਕ ਬਲੜੇ ਵਿੱਚ। ਬਹੁਤ ਬਹੁਤ ਧੰਨਵਾਦ। ਮੈਂ ਸਭ ਤੋਂ ਪਹਿਲਾਂ ਸਤਿਕਾਰ ਸਹਿਤ ਮੈਂ ਤੁਹਾਡਾ ਧੰਨਵਾਦ ਕਰਦਾ ਸਿੱਖ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਰੂਬਰੂ ਕੀਤਾ, ਤੇ ਨਾਲ ਹੀ ਸਿੱਧੂ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੀ ਜਾਣਕਾਰੀ ਜਿਹੜੀ ਹੈ ਚੈਨਲ ਤੱਕ ਪਹੁੰਚਾਈ ਕਿ ਇੱਥੇ ਇਹ ਕੰਮ ਹੋ ਰਿਹਾ ਜੀ। ਤੇ ਬਹੁਤ ਵਧੀਆ ਲੱਗ ਰਿਹਾ। ਅਸੀਂ ਆਲੇ ਦੁਆਲੇ ਜਿਹੜੇ ਬੁੱਤ ਆ ਉਹ ਲੱਗੇ ਤੁਹਾਡੇ ਦੇਖ ਰਹੇ ਹਾਂ, ਬੜੀ ਚਰਚਾ ਗਿੱਲ ਸਾਹਿਬ ਸੁਣੀ ਹੈ। ਤੇ ਜੇ ਆਪਾਂ ਇਹ ਸ਼ੁਰੂਆਤ ਪੁੱਛੀਏ ਕਿ ਪਿੰਡ ਦੇ ਵਿੱਚ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਮਨਜੀਤ ਸਿੰਘ ਗਿੱਲ ਦਾ, ਮੋਹਾੜ ਇੱਧਰ ਨੂੰ ਕਿਵੇਂ ਮੁੜਿਆ? ਜੀ ਸਿੱਧੂ ਸਾਹਿਬ, ਮੈਂ ਇੱਕ ਕਿਸਾਨ ਪਰਿਵਾਰ ਦੇ ਵਿੱਚ ਜਨਮ ਲਿਆ, ਤੇ ਤੁਹਾਨੂੰ ਪਤਾ ਵੀ ਕਿਸਾਨ ਦਾ ਜਿਹੜਾ ਬੇਟਾ ਉਹ ਮਿੱਟੀ ਘੱਟੇ ਦੇ ਵਿੱਚ ਹੀ ਉਹਦੀ ਜ਼ਿੰਦਗੀ ਜਿਹੜੀ ਹੈਗੀ ਆ ਉਹਦੀ ਸ਼ੁਰੂਆਤ ਹੁੰਦੀ ਆ। ਤੇ ਛੋਟੀ ਛੋਟੀ ਖਿਡੌਣੇ ਮਿੱਟੀ ਦੇ ਬਣਾਉਣ ਦੇ ਸ਼ੌਂਕ ਤੋਂ ਫਿਰ ਮੈਂ ਦੇਸ਼ ਭਗਤਾਂ ਦੀਆਂ ਪੁਸਤਕਾਂ ਪੜ੍ਹਦਾ ਸੀ, ਤੇ ਮੈਨੂੰ ਸ਼ੌਂਕ ਜਾਗਿਆ ਵੀ ਦੇਸ਼ ਭਗਤਾਂ ਨੇ, ਜਿਵੇਂ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਨੇ ਛੋਟੀ ਉਮਰ ਦੇ ਵਿੱਚ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਕਿੱਡੀਆਂ ਵੱਡੀਆਂ ਘਾਲਣਾਵਾਂ ਜਿਹੜੀਆਂ ਘਾਲੀਆਂ ਇਹਨਾਂ ਆਮ ਜਿਹੜਾ ਹੈਗਾ ਲੋਕਾਂ ਦੀ ਖਾਤਰ, ਤੇ ਉਹਨਾਂ ਦਾ ਪ੍ਰਭਾਵ ਸੀਗਾ। ਤੇ ਮੈਂ ਉਹ ਖਿਡੌਣੇ ਬਣਾਉਣ ਦੀ ਕਲਾ ਤੋਂ ਹੌਲੀ ਹੌਲੀ ਮੈਂ ਦੇਸ਼ ਭਗਤਾਂ ਦੇ ਜਿਹੜੇ ਹੈਗੇ ਬੁੱਤ ਬਣਾਉਣ ਲੱਗਾ, ਤੇ ਹੁਣ ਉਹੀ ਬੁੱਤ ਜਿਹੜੇ ਹੈਗੇ ਉਹ ਵੱਡੇ ਬਣਨ ਲੱਗ ਗਏ। ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਬਚਪਨ ਦੇ ਵਿੱਚ, ਸਾਡੇ ਉਹ ਗੱਡੀਆਂ ਗਡੀਰੀਆਂ ਵਾਲੀਆਂ ਆਉਂਦੀਆਂ ਹੁੰਦੀਆਂ ਸੀਗੀਆਂ, ਤੇ ਉਹ ਮਿੱਟੀ ਦੇ ਖਿਡੌਣੇ ਬਣਾ ਕੇ ਲਿਆਉਂਦੀਆਂ ਸੀ। ਕਿਤੇ ਉਹ ਵੀ ਮਨ ਦੇ ਵਿੱਚ ਪਿਆ ਵੀ ਮੈਂ ਉੱਦਾਂ ਦੇ ਬਣਾਵਾਂ। ਨਿੱਕੇ ਨਿੱਕੇ ਹੁੰਦੇ ਸੀਗੇ, ਮਿੱਟੀ ਜਿਹੜੀ ਗੁੰਨੀ ਹੁੰਦੀ ਸੀ ਉੱਤੇ ਉਹਦੇ ਕਦੇ ਸਪੀਕਰ ਬਣਾ ਲੈਣੇ, ਕਦੇ ਕੁਝ ਬਣਾ ਲੈਣਾ, ਇੱਦਾਂ ਦੇ ਵੀ ਬਚਪਨ ਦੇ ਵਿੱਚ ਕਰਦੇ ਰਹੇ ਹੋ? ਹਾਂਜੀ ਹਾਂਜੀ ਹਾਂਜੀ, ਹਰ ਇੱਕ ਵਿਸ਼ੇ ਤੇ ਜੋ ਬੱਚੇ ਨੂੰ ਵਾਤਾਵਰਨ ਦੇ ਵਿੱਚ ਮਿਲਦਾ ਨਾ, ਤੇ ਫਿਰ ਬੱਚਾ ਉਹਨੂੰ ਵੀ ਫੋਲੋ ਕਰਕੇ ਫਿਰ ਉਸ ਆਕਾਰ ਦੇਣ ਲੱਗਦਾ, ਤੇ ਬਿਲਕੁਲ ਇਹ ਸਹਿਯੋਗ ਸੀ। ਤੇ ਸਭ ਤੋਂ ਪਹਿਲਾਂ ਜਿਹੜਾ ਸ਼ੁਰੂਆਤ ਜਦੋਂ ਇਹਦੀ ਹੋਈ ਹੈ, ਤੇ ਤੁਹਾਡਾ ਕੋਈ ਬਕਾਇਦਾ ਕੋਈ ਉਸਤਾਦ ਸੀਗਾ ਜਾਂ ਕਿਸੇ ਤੋਂ ਪ੍ਰੇਰਨਾ ਤੁਹਾਨੂੰ ਮਿਲੀ ਵੀ ਇਹਨੂੰ ਵੇਖ ਕੇ ਮੈਂ ਇਹ ਕਰਨਾ ਹੈ? ਪ੍ਰੇਰਨਾ ਇਸ ਤਰ੍ਹਾਂ ਹੈ ਜੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਸਥਾਨ ਹੈ ਸਾਡੇ ਪਿੰਡ, 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਇੱਥੇ ਆਏ, ਤੇ ਉਸ ਟਾਈਮ ਨਾ ਇੱਕ ਤਰਾਸਦੀ ਸੀ ਕਿ ਕਿਸੇ ਨੂੰ ਆਰਟ ਬਾਰੇ ਕੋਈ ਜਾਣਕਾਰੀ ਜਾਂ ਉਹਨਾਂ ਤੋਂ ਕਿਸੇ ਤੋਂ ਪੁੱਛੀਏ ਵੀ ਮੈਂ ਇਹ ਕੰਮ ਕਰਨਾ ਚਾਹੁੰਦਾ, ਤੇ ਕਿੱਧਰ ਜਾਵਾਂ, ਕੀ ਕਰਾਂ, ਤੇ ਕੋਈ ਨਹੀਂ ਸੀ ਦੱਸ ਸਕਦਾ। ਤੇ ਉਸ ਤੋਂ ਪਹਿਲਾਂ ਜਦੋਂ ਵੀ ਮੈਂ ਕੰਮ ਕਰਨ ਲੱਗਾ, ਤੇ ਮੈਨੂੰ ਫਿਰ ਮੇਰੀ ਮਾਤਾ ਨੇ ਕਿਹਾ ਵੀ ਆਪਣੇ 6ਵੇਂ ਪਾਤਸ਼ਾਹ ਦਾ ਸਥਾਨ ਆ, ਤੇ ਕਿਉਂ ਨਾ ਆਪਾਂ ਉੱਥੋਂ ਮੱਥਾ ਟੇਕੋ, ਤੇ ਗੁਰੂ ਮਹਾਰਾਜ ਕਿਰਪਾ ਕਰਨਗੇ। ਤੇ ਵਾਕਈ ਕਿਰਪਾ ਹੋਈ, ਤੇ ਸੰਤ ਬਾਬਾ ਨਾਹਰ ਸਿੰਘ ਜੀ ਸਨੇਰਾਂ ਵਾਲੇ, ਉਹਨਾਂ ਦੇ ਮੈਂ ਚਰਨਾਂ 'ਚ ਰਹਿ ਕੇ ਉਹਨਾਂ ਤੋਂ ਮੈਂ ਬਹੁਤ ਬਰੀਕੀਆਂ ਸਿੱਖੀਆਂ। ਤੇ ਉਸ ਤੋਂ ਬਾਅਦ ਫਿਰ ਮੈਂ ਗੌਰਮੈਂਟ ਕਾਲਜ ਆਫ ਆਰਟ ਦੇ ਵਿੱਚ ਚਲਾ ਗਿਆ, ਜਿੱਥੋਂ ਮੈਂ ਪਹਿਲਾਂ ਬੈਚਲਰ ਡਿਗਰੀ 4 ਸਾਲ ਦੀ ਕੀਤੀ, ਫਿਰ 2 ਸਾਲ ਦੀ ਮੈਂ ਮਾਸਟਰ ਡਿਗਰੀ। ਇੱਥੋਂ ਮੋਗੇ ਤੋਂ ਹੀ? ਨਹੀਂ, ਚੰਡੀਗੜ੍ਹ ਤੋਂ, ਗੌਰਮੈਂਟ ਕਾਲਜ ਆਫ ਆਰਟ, ਸੈਕਟਰ 10 ਚੰਡੀਗੜ੍ਹ। ਅੱਛਾ ਅੱਛਾ, ਉੱਥੇ? ਹਾਂਜੀ ਹਾਂਜੀ। ਤੇ ਉਹ ਫਿਰ ਸੋਨੇ ਤੇ ਸੁਹਾਗਾ ਹੋ ਗਿਆ ਹੈ ਨਾ। ਤੇ ਉਸ ਤੋਂ ਬਾਅਦ ਮੇਰਾ ਸਮਾਂ ਜਿਹੜਾ ਹੈਗਾ ਉਸ ਟਾਈਮ ਦੌਰ ਸੀਗਾ ਜਿਹੜਾ ਉਹ ਪਿਓਰ ਕਿਸਾਨੀ ਦਾ ਵਾਤਾਵਰਨ ਸੀਗਾ, ਤੇ ਉਹਦੇ ਵਾਤਾਵਰਨ ਦੇ ਵਿੱਚ ਫਿਰ ਨਾਲ ਨਾਲ ਪੁਸਤਕਾਂ ਜਿਹੜੀਆਂ ਦੇਸ਼ ਭਗਤਾਂ ਦੀਆਂ ਪੜ੍ਹਦੇ ਰਹਿਣਾ, ਤੇ ਉਹਦੇ ਨਾਲ ਫਿਰ ਮੇਰਾ ਇੱਧਰ ਰੁਝਾਨ ਹੋ ਗਿਆ ਜੀ। ਬਿਲਕੁਲ ਗਿੱਲ ਸਾਹਿਬ, ਹੁਣ ਆਪਾਂ ਚੱਲ ਕੇ, ਕਿਉਂਕਿ ਆ ਜਿਹੜੇ ਬੁੱਤ ਆਪਣੇ ਇੰਨੇ ਲੱਗੇ ਹੋਏ ਆ, ਇਹ ਵੀ ਦਰਸ਼ਕਾਂ ਨੂੰ ਦਿਖਾਉਣੇ, ਤੇ ਆਓ ਫਿਰ ਚੱਲਦੇ ਨਾਲ ਨਾਲ ਆਪਾਂ ਗੱਲਾਂ ਵੀ ਕਰਦੇ ਰਵਾਂਗੇ। ਆ ਇੱਕ ਬੁੱਤ ਲੱਗਿਆ ਜਰਾ ਗਿੱਲ ਸਾਹਿਬ, ਇਹਦੇ ਬਾਰੇ ਵੀ ਦੱਸੋ, ਕੌਣ ਨੇ ਇਹ ਬਾਬਾ ਜੀ? ਇਹ ਪੰਜਾਬ ਦੇ ਮਹਾਨ ਕਵੀਸ਼ਰ ਬਾਬੂ ਰਾਜਬਲੀ ਜੀ ਨੇ, ਜਿਹੜੇ ਵੰਡ ਦੇ ਸਮੇਂ ਉਧਰ ਚਲੇ ਗਏ, ਉਧਰਲੇ ਪੰਜਾਬ 'ਚ, ਤੇ ਅੱਜ ਵੀ ਉਧਰਲੇ ਪੰਜਾਬ ਦੇ ਤੇ ਇਧਰਲੇ ਪੰਜਾਬ ਦੇ ਦਿਲਾਂ ਦੇ ਵਿੱਚ ਵਸੇ ਹੋਏ ਸ਼ਾਇਰ ਨੇ। ਵਾਕਿਆ ਜੀ ਬਹੁਤ ਮਹਾਨ ਸੀ ਬਾਬੂ ਰਾਜਬਲੀ, ਤੇ ਉਹਨਾਂ ਦਾ ਬੁੱਤ ਲੱਗਿਆ ਜੀ। ਵਾਕਈ ਬਹੁਤ ਸੋਹਣਾ ਹੁਨਰ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈਗਾ। ਮੇਰੇ ਵਾਸਤੇ ਸੰਯੋਗ ਦੀ ਗੱਲ ਹੈ ਕਿ ਮੇਰੇ ਦਾਦਾ ਜੀ ਦੇ ਇਹ ਦੋਸਤ ਵੀ ਸੀਗੇ। ਅੱਛਾ ਅੱਛਾ। ਸਾਡੇ ਜੱਦੀ ਘਰ ਇਹ ਉਸ ਟਾਈਮ ਆਉਂਦੇ ਵੀ ਰਹੇ। ਅੱਛਾ, ਇੱਧਰ ਡਿਊਟੀ ਰਹੀ ਹੋਣੀ ਉਹਨਾਂ ਦੀ ਬਾਬੂ ਰਾਜਬਲੀ, ਨਹਿਰ ਮਹਿਕਮੇ ਸੀ? ਹਾਂਜੀ। ਤੇ ਇਸ ਕਰਕੇ ਫਿਰ ਮੇਰੇ ਤਾਂ ਇਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮੈਂ ਆਪਣੇ ਬਜ਼ੁਰਗਾਂ ਦਾ ਹੀ ਸਟੈਚੂ ਬਣਾ ਕੇ ਲਗਾਇਆ ਹੁੰਦਾ ਹੈ। ਅੱਛਾ, ਇਹ ਜਿਹੜਾ ਬੁੱਤ ਆਪਾਂ ਬਣਾਉਨੇ ਆ, ਇਹਦੇ ਵਿੱਚ ਤੁਸੀਂ ਕੀ ਵਰਤਦੇ ਹੋ? ਕੋਈ ਮਿੱਟੀ ਹੈ ਜਾਂ ਕੋਈ ਖਾਸ ਕਿਸਮ ਦੀ ਜਿਹੜੀ ਕੋਈ ਚੀਜ਼ ਹੈ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਾਹਦੇ ਬਣਦੇ ਆ? ਜਿਹੜੀ ਬੁੱਤ ਕਲਾ ਦੇ ਵਿੱਚ ਹਰ ਇੱਕ ਮਟੀਰੀਅਲ ਵਰਤਿਆ ਜਾਂਦਾ, ਮਿੱਟੀ ਤੋਂ ਲੈ ਕੇ ਮੈਟਲ ਤੱਕ, ਜਿਹਦੇ ਵਿੱਚ ਲੱਕੜੀ ਵੀ ਆ ਜਾਂਦੀ ਹੈ। ਇਹਦੇ ਵਿੱਚ ਤੁਸੀਂ ਫਾਈਬਰ ਗਲਾਸ ਵੀ ਵਰਤ ਸਕਦੇ ਹੋ, ਕਾਰਬਨ ਫਾਈਬਰ ਵੀ ਵਰਤ ਸਕਦੇ ਹੋ, ਔਰ ਤਾਂਬਾ, ਪਿੱਤਲ, ਲੋਹਾ, ਸੀਮੈਂਟ, ਕੋਈ ਵੀ ਮਟੀਰੀਅਲ ਹੈ, ਇਹ ਤੁਹਾਡੇ ਤੇ ਆ ਵੀ ਤੁਸੀਂ ਕਿਸ ਤਰ੍ਹਾਂ ਉਹਨੂੰ ਜਿਹੜਾ ਹੈਗਾ ਆਕਾਰ ਦਿੰਦੇ ਹੋ। ਅੱਛਾ, ਤੁਸੀਂ ਜਾਨੀ ਹਰੇਕ ਤਰੀਕੇ ਦਾ ਜਿਹੜਾ ਮਟੀਰੀਅਲ ਵਰਤ ਕੇ ਜਿਹੜੇ ਆ ਉਹ ਬੁੱਤਾਂ ਦੀ ਸਿਰਜਣਾ ਕੀਤੀ ਹੈ? ਹਾਂਜੀ ਹਾਂਜੀ ਹਾਂਜੀ, ਸਟੋਨ ਕਾਰਵਿੰਗ ਵੀ ਮੈਂ ਬਹੁਤ ਕੀਤੀ ਹੈ, ਤੇ ਹਰ ਇੱਕ ਮਟੀਰੀਅਲ ਦੇ ਵਿੱਚ ਕੰਮ। ਆਓ ਫਿਰ ਚੱਲ ਕੇ ਅੱਗੇ ਹੋਰ ਵੀ ਦਿਖਾਓ ਕਿ ਹੋਰ ਕਿਹੜੇ ਕਿਹੜੇ ਬੁੱਤ ਨੇ ਜਿਹੜੇ ਬਣੇ ਹੋਏ। ਉੱਡਣੇ ਸਿੱਖ ਮਿਲਖਾ ਸਿੰਘ ਦਾ ਜਿਹੜਾ ਬੁੱਤ ਆ ਉਹ ਵੀ ਇੱਥੇ ਨਜ਼ਰ ਆ ਰਿਹਾ ਗਿੱਲ ਸਾਹਿਬ।
ਕਾਫੀ ਉੱਚੇ ਇਹਦਾ ਜਿਹੜਾ ਕੱਦ ਬੁੱਤ ਹੈਗਾ ਹੈ, ਇਸ ਬਾਰੇ ਦੱਸੋ ਕਿ ਇਹਦੀ ਕਿੰਨੀ ਕੁ ਹਾਈਟ ਜਿਹੜੀ ਆ ਹੈਗੀ ਆ ਔਰ ਕਿੰਨੇ ਚਿਰ 'ਚ ਇਹਨੂੰ ਤਿਆਰ ਕੀਤਾ ਸੀ ਤੁਸੀਂ? ਸਿੱਧੂ ਸਾਹਿਬ, ਇਸ ਸਟੈਚੂ ਦੀ ਜਿਹੜਾ ਮਿਲਖਾ ਸਿੰਘ ਜੀ ਦਾ ਤੁਸੀਂ ਦੇਖ ਰਹੇ ਹੋ, ਇਹਦਾ ਜਿਹੜਾ ਹੈਗਾ ਕੱਦ 17-18 ਫੁੱਟ ਉੱਚਾ ਹੈ। ਔਰ ਇਹ ਬਣਾਉਣ ਦਾ ਜਿਹੜਾ ਕਾਰਨ ਹੈ, ਕਿਉਂਕਿ ਜਿਵੇਂ ਪੰਜਾਬ ਦੇ ਨੌਜਵਾਨ ਜਿਹੜੇ ਹੈਗੇ ਉਹ ਖੇਡਾਂ ਤੋਂ ਨਾ ਮੁਨਕਰ ਹੋ ਰਹੇ ਅੱਜ ਕੱਲ੍ਹ, ਤੇ ਮੈਂ ਇਹ ਬਣਾ ਕੇ ਉਹਨਾਂ ਨੂੰ ਹੌਸਲਾ ਇੱਕ ਤਰ੍ਹਾਂ ਨਾਲ ਦਿੱਤਾ ਕਿ ਇਹਨਾਂ ਲੋਕਾਂ ਨੂੰ ਦੇਖੋ, ਇਹਨਾਂ ਨੇ ਪੰਜਾਬ ਦੀ ਖਾਤਰ ਕੀ ਕੀ ਮਿਹਨਤਾਂ ਕੀਤੀਆਂ, ਤੇ ਓਲੰਪਿਕ ਦੇ ਵਿੱਚ ਜਾਂ ਇਸ ਤੋਂ ਬਾਅਦ ਵੀ ਹੁਣ ਵੀ ਉਹ ਅੱਜ ਕੱਲ੍ਹ ਜਿਹੜੇ ਨਾ ਉਹ ਦੌੜਾਂ ਦੌੜ ਰਹੇ ਨੇ, ਤੇ ਉਹਨਾਂ ਤੋਂ ਇਹ ਲੋਕ ਪ੍ਰੇਰਨਾ ਲੈਣ ਤੇ ਪੰਜਾਬ ਦਾ ਨਾਮ ਉੱਚਾ ਕਰਨ। ਮੈਂ ਉਹਨਾਂ ਦੀ ਯਾਦ ਨੂੰ ਸਦੀਵੀ ਬਣਾਇਆ ਜੀ। ਜਦੋਂ ਸਭ ਤੋਂ ਪਹਿਲੇ ਬੁੱਤ ਦੀ ਸਿਰਜਣਾ ਕੀਤੀ ਸੀ ਤੁਸੀਂ, ਤੇ ਕਿਹਦਾ ਸੀਗਾ ਉਹ ਬੁੱਤ? ਉਹ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਬੁੱਤ ਸੀਗਾ ਪਹਿਲਾਂ। ਮੈਨੂੰ ਉਹਨਾਂ ਦੇ ਨਾ ਜੀਵਨ ਤੋਂ ਇਹ ਸੇਧ ਮਿਲੀ ਕਿ ਵੇਖੋ 19 ਸਾਲ ਦੀ ਉਮਰ ਦੇ ਵਿੱਚ ਉਹ ਬੰਦਾ ਜਿਹੜਾ ਸਾਰੇ ਉਹਨੇ ਕੰਮ ਕੰਪਲੀਟ ਕਰਕੇ ਤੇ 19 ਸਾਲ ਦੀ ਉਮਰ 'ਚ ਸ਼ਹੀਦੀ ਪ੍ਰਾਪਤ ਕੀਤੀ। ਆਮ ਕਰਕੇ 19 ਸਾਲ ਦੀ ਉਮਰ ਦੇ ਵਿੱਚ ਤੁਸੀਂ ਅੱਜ ਕੱਲ੍ਹ ਦੇ ਨੌਜਵਾਨਾਂ ਦਾ ਹਾਲ ਵੇਖ ਲਓ ਵੀ ਇਹ ਕੀ ਕਰ ਰਹੇ ਨੇ, ਤੇ ਬਹੁਤ ਸਾਰੇ ਜਿਹੜੇ ਚੰਗੇ ਲੋਕ ਆ ਉਹਨਾਂ ਤੋਂ ਪ੍ਰੇਰਨਾ ਲੈ ਕੇ ਸ਼ਹੀਦਾਂ ਤੋਂ ਤੇ ਆਪਣੇ ਦੇਸ਼ ਲਈ ਕੰਮ ਵੀ ਕਰ ਰਹੇ ਆ। ਤੇ ਮੈਂ ਇਹੀ ਚਾਹੁੰਦਾ ਵੀ ਉਹ ਨੌਜਵਾਨ ਜਿਹੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਪ੍ਰੇਰਨਾ ਲੈਂਦੇ ਰਹਿਣ, ਤੇ ਹੁਣ ਵੀ ਮੈਂ ਉਹਨਾਂ ਦਾ ਕੋਈ ਨਾ ਕੋਈ ਸਟੈਚੂ ਬਣਾਉਂਦਾ ਰਹਿਣਾ। ਅੱਛਾ ਗਿੱਲ ਸਾਹਿਬ, ਜਿਹੜਾ ਇਹ ਮਿਲਖਾ ਸਿੰਘ ਹੋਰਾਂ ਦਾ ਬੁੱਤ ਆ, ਇਹਦੇ ਬਾਰੇ ਜੇ ਮੈਂ ਪੁੱਛ ਲਵਾਂ ਤੇ ਇਹਦੀ ਚਰਚਾ ਤਾਂ ਬੜੀ ਦੂਰ ਦੂਰ ਤੱਕ ਹੋਈ ਹੋਣੀ ਜੇ ਤੁਸੀਂ ਬਣਾਇਆ ਹੋਊਗਾ। ਇਸ ਬੁੱਤ ਦੀ ਚਰਚਾ ਬਹੁਤ ਜ਼ਿਆਦਾ ਦੂਰ ਦੂਰ ਤੱਕ ਹੋਈ। ਅਸਲ 'ਚ ਨਾ 2 ਸਟੈਚੂ ਬਣਾਏ ਗਏ ਸੀ। ਇੱਕ ਜਰਖੜ ਸਟੇਡੀਅਮ 'ਚ ਜਿੰਨੇ ਸਟੈਚੂ ਬਣੇ ਹੋਏ ਲੁਧਿਆਣੇ, ਉਹ ਵੀ ਸਾਰੇ ਮੇਰੇ ਤਿਆਰ ਕੀਤੇ ਹੋਏ ਆ, ਔਰ ਮੇਰੇ ਛੋਟੇ ਭਰਾ ਸਰਜੀਤ ਸਿੰਘ ਦੇ, ਅਸੀਂ ਦੋਨੋਂ ਨੇ ਉਹ ਤਿਆਰ ਕੀਤੇ ਆ। ਤੇ ਇੱਕ ਸਟੈਚੂ ਜਿਹੜਾ ਅਸੀਂ ਫਿਰ ਇੱਥੇ ਲਗਾਇਆ, ਦੂਸਰਾ ਸਟੈਚੂ ਜਿਹੜਾ ਉਹ ਜਰਖੜ ਸਟੇਡੀਅਮ 'ਚ ਲਗਾਇਆ, ਤੇ ਉਹਦੇ ਨਾਲ ਹੋਰ ਵੀ ਕਈ ਸਟੈਚੂ ਸਾਡੇ ਉੱਥੇ ਲੱਗੇ ਹੋਏ ਨੇ। ਅੱਛਾ, ਦੇਸ਼ ਭਗਤਾਂ ਦੀ ਆਪਾਂ ਗੱਲ ਕਰ ਰਹੇ ਸੀ ਹੁਣੇ, ਕਿੰਨੇ ਦੇਸ਼ ਭਗਤਾਂ ਦੇ ਹੁਣ ਤੱਕ ਬਣਾ ਚੁੱਕੇ ਹੋ? ਦੇਸ਼ ਭਗਤਾਂ ਦੇ ਅਣਗਿਣਤ ਜਿਹੜੇ ਹੈਗੇ ਬੁੱਤ ਬਣਾਏ ਜਾ ਚੁੱਕੇ ਆ, ਕਿਉਂਕਿ ਮੈਂ 5 ਸਾਲ ਦੀ ਉਮਰ ਤੋਂ ਹੀ ਇੱਧਰ ਤੁਰ ਪਿਆ ਸੀਗਾ। ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਸ਼ੁਰੂ ਕੀਤਾ ਸੀਗਾ, ਭਗਤ ਸਿੰਘ, ਰਾਜਗੁਰੂ ਸੁਖਦੇਵ, ਮਦਨ ਲਾਲ ਢੀਂਗਰਾ, ਰਾਣੀ ਝਾਂਸੀ। ਉਸ ਟਾਈਮ ਮੈਨੂੰ ਲੱਗਦਾ ਵੀ ਜਿੰਨੇ ਆਜ਼ਾਦੀ ਸੰਗਰਾਮ ਦੇ ਮੁੱਢਲੇ ਜਿਹੜੇ ਨਾਮ ਹਨ, ਉਹਨਾਂ ਸਾਰਿਆਂ ਦੀ ਤਕਰੀਬਨ ਬਣਾ ਚੁੱਕਾ। ਕੋਈ ਵਿਰਲੇ ਰਹਿੰਦੇ ਹੋਣਗੇ ਕਿਉਂਕਿ ਆਪਣਾ ਇਤਿਹਾਸ ਬਹੁਤ ਵੱਡਾ, ਇਹ ਉਮਰਾਂ ਛੋਟੀਆਂ ਪੈ ਜਾਂਦੀਆਂ ਪਰ ਉਹ ਕੰਮ ਬਹੁਤ ਵੱਡਾ ਹੈ। ਆਓ ਫਿਰ ਆਪਾਂ ਚੱਲਦੇ ਹਾਂ ਅੱਗੇ ਤੇ ਹੋਰ ਵੀ ਦੇਖਦੇ ਹਾਂ ਵੀ ਕਿਹੜੇ ਕਿਹੜੇ ਬੁੱਤ ਜਿਹੜੇ ਹੈਗੇ ਆ ਤੁਹਾਡੀ ਸਿਰਜਣਾ ਦੇ ਵਿੱਚੋਂ ਨਿਕਲੇ ਹੈਗੇ ਆ। ਇੱਧਰ ਬੁੱਤ ਨਜ਼ਰ ਆ ਰਿਹਾ ਸ਼ਹੀਦ ਕਰਤਾਰ ਸਿੰਘ ਮਸਤ, ਜਿਹੜੇ ਕਿ ਸੈਕੰਡ ਲੈਫਟੀਨੈਂਟ 1965 ਦੀ ਜੰਗ ਦੇ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਜੀ ਬਿਲਕੁਲ, ਹਾਂਜੀ। ਸਾਰਿਆਗੜ੍ਹ ਦੀ ਸ਼ਹੀਦਾਂ ਦੀ ਯਾਦ ਵਿੱਚ ਵੀ ਇੱਕ ਬੁੱਤ ਬਣਿਆ ਹੈ ਜਿਹੜਾ ਕਿ ਹਵਾਲਦਾਰ ਈਸ਼ਰ ਸਿੰਘ ਹੋਰਾਂ ਦਾ ਹੈਗਾ, ਤੇ ਮੈਨੂੰ ਇਹ ਲੱਗ ਰਿਹਾ ਹੈਗਾ ਇਹ ਬੁੱਤ ਜਿਹੜਾ ਉਹਨਾਂ ਨਾਲੋਂ ਕੁਝ ਹਟ ਕੇ ਹੈਗਾ। ਇਹ ਕਿਸ ਧਾਤ ਦਾ ਬਣਿਆ ਹੋਇਆ ਜੀ? ਇਹ ਮੈਟਲ ਦੇ ਵਿੱਚ ਮਿਕਸ ਮਟੀਰੀਅਲ ਨਾਲ ਹੀ ਬਣਾਇਆ ਗਿਆ, ਤੇ ਨਾਲ ਹੀ ਮੈਂ ਉਹਨਾਂ 21 ਯੋਧਿਆਂ ਦੇ ਵੀ ਸਮੇਤ ਬਾਬਾ ਈਸ਼ਰ ਸਿੰਘ ਹਵਾਲਦਾਰ ਜੀਆਂ ਦੇ 21 ਯੋਧਿਆਂ ਦੇ ਜਿਹੜੇ ਹੈਗੇ ਉਹ ਸਟੈਚੂ ਬਣਾ ਕੇ ਲਗਾਏ ਜਾ ਰਹੇ ਆ। ਫਿਲਹਾਲ ਇੱਕ ਲੱਗਾ ਤੇ ਬਾਕੀਆਂ ਦੇ ਮੈਂ ਉਹ ਨਾਮ ਲਿਖੇ ਹੋਏ ਆ, ਤਾਂ ਕਿ ਜਿਹੜੇ ਨੌਜਵਾਨ ਵਿਦਿਆਰਥੀ ਸਟੂਡੈਂਟਸ ਜੋ ਵੀ ਆਉਂਦੇ ਆ ਉਹ ਇਹਨਾਂ ਦੀ ਜਿਹੜੀ ਹੈਗੀ ਆ ਉਹ ਬਾਇਓਗ੍ਰਾਫੀ ਤੋਂ ਜਾਣੂ ਹੋ ਜਾਣ, ਪਤਾ ਲੱਗ ਜਾਣ ਵੀ ਉੱਥੇ ਕਿੰਨੇ ਸ਼ਹੀਦ ਸਾਰਾਗੜ੍ਹ ਦੇ ਮਹਾਨ ਸਾਕੇ ਦੇ ਵਿੱਚ ਹੋਏ ਸੀ। ਹਾਂਜੀ ਹਾਂਜੀ ਹਾਂਜੀ। ਤੇ ਇਹ ਸਾਰਾਗੜ੍ਹੀ ਦਾ ਜਿਹੜਾ ਹੈਗਾ ਉਹ ਇਤਿਹਾਸ ਬਹੁਤ ਹੀ ਸਾਡੀ ਵਡਮੁੱਲੀ ਵਿਰਾਸਤ ਹੈ, ਕਿਉਂਕਿ 21 ਯੋਧਿਆਂ ਨੇ ਉਦੋਂ 21 ਯੋਧਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀਗੀ। ਤੇ ਬਾਬਾ ਈਸ਼ਰ ਸਿੰਘ ਹਵਾਲਦਾਰ ਜਿਹੜੇ ਆ ਪਿੰਡ ਝੋਰੜਾਂ ਤੋਂ ਸੀਗੇ, ਤੇ ਝੋਰੜਾਂ ਪਿੰਡ ਵੀ ਘਲਕਲਾਂ ਚੋਂ ਬਣਿਆ ਹੋਇਆ। ਅੱਛਾ, ਇੱਥੇ ਲਾਗੇ? ਹਾਂਜੀ, ਬਾਬਾ ਈਸ਼ਰ ਸਿੰਘ ਗਿੱਲ ਸੀਗੇ, ਤੇ ਇਸ ਕਰਕੇ ਫਿਰ ਮੈਨੂੰ ਇਹ ਵੀ ਲੱਗਾ ਕਿ ਸਾਡੇ ਉਹ ਬਜ਼ੁਰਗਾਂ ਦੀ ਵਿਰਾਸਤ ਬਣਾਉਣਾ ਵੀ ਮੇਰਾ ਫਰਜ਼ ਹੈ, ਤੇ ਦੇਸ਼ ਦੇ ਲੈਵਲ ਤੇ ਤਾਂ ਇਹ ਕੰਮ ਕਰਨਾ ਹੀ ਚਾਹੀਦਾ ਹੈ। ਗਿੱਲ ਸਾਹਿਬ, ਗੱਲ ਹੁੰਦੀ ਇੱਕ ਸ਼ੌਂਕ ਦੀ। ਸ਼ੌਂਕ ਜਿਹੜਾ ਹੁੰਦਾ ਭੁੱਖੇ ਢਿੱਡ ਪਾਲਿਆ ਨਹੀਂ ਜਾ ਸਕਦਾ। ਤੁਸੀਂ ਇਹਨੂੰ ਸਿਰਫ ਸ਼ੌਂਕ ਤੱਕ ਰੱਖਿਆ ਕਿ ਇਹਨੂੰ ਕਿਰਤ ਬਣਾ ਲਿਆ ਆਪਦੀ? ਨਹੀਂ, ਸ਼ੌਂਕ ਨੂੰ ਕਿਰਤ ਬਣਾਇਆ ਤਾਂ ਹੀ ਇਹ ਉਪਰਾਲਾ ਹੋ ਰਿਹਾ, ਕਿਉਂਕਿ ਆਪਣੇ ਇਤਿਹਾਸ ਦੀ ਇੱਕ ਤਰਾਸਦੀ ਆ ਕਿ ਇੱਥੇ ਕਿਸੇ ਕਮੇਟੀ ਨੇ, ਕਿਸੇ ਸੰਸਥਾ ਨੇ ਇਹ ਗਾਉਣ ਗੂਣ ਵਾਲਿਆਂ ਦੀ ਤਾਂ ਸਹਾਇਤਾ ਕਰ ਦੇਣਗੇ। ਇਸ ਤਰ੍ਹਾਂ ਦੇ ਜਿਹੜੇ ਇਤਿਹਾਸ ਸਿਰਜਣ ਵਾਲੇ ਬੰਦੇ ਉਹਨਾਂ ਦੀ ਕੋਈ ਸਹਾਇਤਾ ਨਹੀਂ ਕਰਦਾ ਗਾ। ਤੇ ਮੈਂ ਕਦੇ ਕਿਸੇ ਅੱਗੇ ਹੱਥ ਵੀ ਨਹੀਂ ਅੱਡਿਆ ਤੇ ਨਾ ਅੱਡੂੰਗਾ ਕਦੀ ਵੀ। ਮੈਂ ਤੇ ਮੇਰਾ ਭਰਾ ਅਸੀਂ ਆਪਣੇ 10 ਨੌਂ ਦੀ ਕਿਰਤ ਦੇ ਨਾਲ ਹੀ ਇਹ ਸਾਰਾ ਜਿਹੜਾ ਮਹਾਨਦੇਸ਼ ਭਗਤ ਪਾਰਕ ਦਾ ਹੈਗਾ ਨਾ ਉਪਰਾਲਾ ਉਹ ਅਸੀਂ ਕਰੀ ਜਾ ਰਹੇ ਹਾਂ ਆਪਣੇ ਤੌਰ ਤੇ, ਪਰਿਵਾਰਕ ਤੌਰ ਤੇ। ਇਸ ਤੋਂ ਇਲਾਵਾ ਜਿਹੜੇ ਸੱਭਿਆਚਾਰ ਪੱਖ ਦੇ ਉਹ ਅਸੀਂ ਦੇਖ ਲੈਂਦੇ ਹਾਂ, ਜਾਂ ਹੋਰ ਕਈ ਤਰ੍ਹਾਂ ਦੇ ਸਾਡੇ ਕੋਲੇ ਮਹਾਨ ਗਾਥਾਵਾਂ ਹੈਗੀਆਂ ਆ, ਸੂਰਮੇ ਹੈਗੇ ਆ। ਇਸ ਤੋਂ ਇਲਾਵਾ ਜਿਵੇਂ ਅਸੀਂ ਗਾਇਕਾਂ ਦੀ ਗੱਲ ਕਰ ਲਈਏ, ਲਿਖਾਰੀਆਂ ਦੀ ਗੱਲ ਕਰ ਲਈਏ, ਕੁਝ ਮੈਨੂੰ ਬੁੱਤ ਨਜ਼ਰ ਆਏ ਹੈਗੇ, ਤੇ ਉਹ ਕਿਹੜੇ ਕਿਹੜੇ ਹੈਗੇ ਜਰਾ ਉਹਨਾਂ ਦੀ ਵੀ ਚਰਚਾ ਜਿਹੜੀ ਸਾਡੇ ਨਾਲ ਕਰੋ। ਹਾਂਜੀ, ਬਹੁਤ ਸਾਰੇ ਲਿਖਾਰੀਆਂ ਦੇ ਜਿਹੜੇ ਹੈਗੇ ਬੁੱਤ ਬਣਾਏ ਗਏ ਆ, ਬਹੁਤ ਸਾਰੇ ਉਹ ਕਵੀਆਂ ਦੇ ਬਣਾਏ ਗਏ ਆ। ਬਾਬਾ ਬੁੱਲੇ ਸ਼ਾਹ, ਵਾਰਸ ਸ਼ਾਹ, ਜਿਹੜੇ ਬਾਬਾ ਨਜ਼ਮੀ ਜੀ ਜਿਵੇਂ ਤੁਸੀਂ ਦੇਖਿਆ ਹੈ ਨਾ, ਤੇ ਸ਼ਿਵ ਕੁਮਾਰ ਬਟਾਲਵੀ ਦਾ ਵੀ ਮੈਂ ਬਣਵਾ ਚੁੱਕਿਆ। ਇਸ ਤੋਂ ਇਲਾਵਾ ਕਈ ਵਾਰੀ ਮੈਨੂੰ ਤਾਂ ਯਾਦ ਹੀ ਭੁੱਲ ਜਾਂਦਾ ਕਿ ਇਹਨੇ ਜਿਹੜਾ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦਾ ਤੁਸੀਂ ਲੁਧਿਆਣਾ ਆਰਤੀ ਚੌਂਕ ਅੱਗੇ ਦੇਖਿਆ ਨਾ ਲੱਗਾ ਹੋਇਆ,
ਤੇ ਗਾਇਕਾਂ ਦੇ ਵਿੱਚੋਂ ਲਾਲ ਚੰਦ ਯਮਲਾ ਜੱਟ, ਨੁਸਰਤ ਫਤਿਹ ਅਲੀ ਖਾਨ ਦਾ ਜਿਹੜਾ ਉਸ ਦੁਨੀਆ 'ਚ ਹੀ ਫੇਮਸ ਹੋਇਆ ਸਟੈਚੂ ਮੇਰਾ। ਪਿਛਲੇ ਦਿਨੀ ਅਖਬਾਰਾਂ 'ਚ ਬੜੀ ਚਰਚਾ ਸੁਣਨ ਨੂੰ ਮਿਲੀ ਆ ਵੀ ਦਾਰਾ ਸਿੰਘ ਹੋਰਾਂ ਦਾ ਜਿਹੜਾ ਬੁੱਤ ਉੱਥੇ ਲੱਗਿਆ ਹੋਇਆ ਮੋਹਾਲੀ ਦੇ ਵਿੱਚ, ਹਾਂਜੀ ਉਹ ਵੀ ਤੁਹਾਡਾ ਹੀ ਬਣਾਇਆ ਹੋਇਆ? ਹਾਂਜੀ ਹਾਂਜੀ ਹਾਂਜੀ, ਉਹ ਬਿੰਦੂ ਦਾਰਾ ਸਿੰਘ ਤੇ ਉਹ ਐਸਪੀ ਸਿੰਘ ਉਬਰਾਏ ਵਗੈਰਾ ਜਿਹੜੇ ਬਹੁਤ ਹੀ ਉਹਨਾਂ ਨੇ ਉਪਰਾਲਾ ਵੱਡਾ ਕੀਤਾ ਹੈ। ਤੇ ਉਹ ਅਸੀਂ ਦੋਨਾਂ ਭਰਾਵਾਂ ਨੇ ਉਹ ਸਟੈਚੂ ਬਣਾ ਕੇ ਦਿੱਤਾ ਉਹਨਾਂ ਨੂੰ, ਤੇ ਉਹ ਦਾਰਾ ਸਟੂਡੀਓ ਦੇ ਸਾਹਮਣੇ ਲੱਗਾ ਹੋਇਆ ਆਦਮ ਕੱਦ ਬੁੱਤ ਹੈ ਉਹ। ਚਲੋ ਫਿਰ ਆਪਾਂ ਹੋਰ ਵੀ ਅੱਗੇ ਚੱਲ ਕੇ ਦੇਖਦੇ ਹਾਂ ਜੀ। ਲਓ ਜੀ, ਇਸ ਟਾਈਮ ਲੈਫਟੀਨੈਂਟ ਜਨਰਲ ਸਰਦਾਰ ਹਰਬਖਸ਼ ਸਿੰਘ ਹੋਰਾਂ ਦਾ ਜਿਹੜਾ ਬੁੱਤ ਹੈਗਾ ਆ ਉਹ ਇੱਥੇ ਲੱਗਿਆ ਹੋਇਆ, ਤੇ ਇਸ ਤੋਂ ਬਾਅਦ ਮੈਨੂੰ ਹੋਰ ਬੁੱਤ ਜਿਹੜੇ ਨਜ਼ਰ ਆ ਰਹੇ ਨੇ ਉਹ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ, ਜੀ ਹਾਂ, ਜਿਨ੍ਹਾਂ ਦੇ ਵਿੱਚ ਭਾਈ ਰਣਧੀਰ ਸਿੰਘ, ਗਿਆਨੀ ਦਿੱਤ ਸਿੰਘ ਜੀ ਤੇ ਸਰਦਾਰ ਕਪੂਰ ਸਿੰਘ ਜੀ ਜਿਹੜੇ ICS ਰਹੇ ਹੈਗੇ, ਉਹ ਉਹਨਾਂ ਦੇ ਬੁੱਤ ਨਜ਼ਰ ਆ ਰਹੇ ਹੈਗੇ ਆ। ਤੇ ਇਸ ਤਰੀਕੇ ਦੇ ਬੁੱਤ ਆਪਾਂ ਗਿੱਲ ਸਾਹਿਬ ਨੂੰ ਹੀ ਪੁੱਛਦੇ ਹੈਗੇ। ਤੇ ਗਿੱਲ ਸਾਹਿਬ, ਇਹ ਕਿੰਨਾ ਕੁ ਚਿਰ ਹੋਇਆ ਇਹਨਾਂ ਨੂੰ ਬਣਾਇਆ ਨੂੰ, ਤੇ ਸਿਰਫ ਇੱਥੇ ਹੀ ਲੱਗਿਆ ਕਿ ਹੋਰ ਵੀ ਜਗ੍ਹਾ ਇਹਨਾਂ ਨੂੰ ਵੇਖ ਕੇ ਲੋਕਾਂ ਨੇ ਮੰਗ ਕੀਤੀ ਵੀ ਸਾਨੂੰ ਵੀ ਇਹ ਬਣਾ ਕੇ ਦਿਓ? ਹੁਣ ਲੋਕ ਮੰਗ ਕਰਦੇ ਆ ਕਿਉਂਕਿ ਉਹਨਾਂ ਨੂੰ ਇਤਿਹਾਸ ਸਾਹਮਣੇ ਪਤਾ ਲੱਗਦਾ ਹੈ। ਮੇਰਾ ਅਸਲ 'ਚ ਨਾ ਇਤਿਹਾਸ ਸਿਰਜਣ ਦਾ ਕਾਰਨ ਇਹ ਵੱਡਾ ਕਿ ਮੂਰਤੀ ਕਲਾ ਇੱਕ ਮੀਡੀਆ ਹੈ, ਜਿਸ ਤਰ੍ਹਾਂ ਤੁਸੀਂ WhatsApp ਨੂੰ ਵਰਤੋਂ ਕਰ ਸਕਦੇ ਹੋ, YouTube ਤੇ, ਹੈ ਨਾ। ਮੂਰਤੀ ਕਲਾ ਇੱਕ ਇਸ ਤਰ੍ਹਾਂ ਦਾ ਮਾਧਿਅਮ ਹੈ ਕਿ ਜਿਵੇਂ ਤੁਸੀਂ ਇੱਕ ਹਾਥੀ ਦਾ ਸਟੈਚੂ ਜਿਹੜਾ ਬਣਾ ਦਿਓ ਤਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਹਾਥੀ ਹੈ। ਅੰਗਰੇਜ਼ੀ 'ਚ ਲਿਖਦੇ ਹੋ ਸਕਦਾ ਪੰਜਾਬੀ ਵਾਲੇ ਨੂੰ ਨਾ ਪਤਾ ਲੱਗੇ, ਪੰਜਾਬੀ ਦੇ ਵਿੱਚ ਲਿਖਦੇ ਹੋ ਤੇ ਹੋ ਸਕਦਾ ਅੰਗਰੇਜ਼ੀ ਵਾਲੇ ਨੂੰ ਨਾ ਪਤਾ ਲੱਗੇ। ਪਰ ਜੇ ਤੁਸੀਂ ਸਟੈਚੂ ਬਣਾਤਾ ਨਾ, ਚਾਹੇ ਉਹ ਆਦਿਵਾਸੀ ਹੈ ਚਾਹੇ ਜਿਹੜਾ ਮਰਜ਼ੀ, ਉਹ ਸਮਝ ਲੈਂਦਾ ਵੀ ਇਹ ਹਾਥੀ ਦਾ ਸਟੈਚੂ ਆ। ਤੇ ਇਹ ਦੇਸ਼ ਭਗਤਾਂ ਦੇ ਵੀ ਜਿਹੜੇ ਸਟੈਚੂ ਬਣਾਉਣ ਦਾ ਮੇਰਾ ਵੱਡਾ ਕਾਰਨ ਹੈ ਕਿ ਮੈਂ ਇਸ ਮੀਡੀਆ ਨੂੰ ਪ੍ਰਚਾਰ ਜਿਹੜਾ ਆਪਣੀ ਕੌਮ ਦਾ, ਆਪਣੇ ਦੇਸ਼ ਦਾ, ਉਹਦੇ ਵਾਸਤੇ ਵਰਤਣ ਵਾਸਤੇ ਸਾਰਾ ਇਹ ਉਪਰਾਲਾ ਕਰ ਰਿਹਾ। ਬਾਕੀ ਇੱਕ ਕਲਾ ਜਿਹੜੀ ਹੁੰਦੀ ਉਹ ਬਹੁਤ ਵੱਡਾ ਸੁਨੇਹਾ ਹੁੰਦੀ ਹੈ। ਜ਼ਰੂਰੀ ਨਹੀਂ ਕਿ ਅਸੀਂ ਉਹਨੂੰ ਬੋਲ ਕੇ ਹੀ ਉਹਦੀ ਗੱਲ ਕਰਨੀ ਹੈਗੀ, ਉਹ ਸਾਡੀ ਜਿਹੜੀ ਸਿਰਜਣਾ ਹੈਗੀ ਆ ਉਹ ਆਪਣੇ ਆਪ ਮੂੰਹੋਂ ਬੋਲਦੀ ਹੈਗੀ। ਵੱਡੀ ਗੱਲ ਤਾਂ ਇਹੀ ਹੁੰਦੀ ਹੈ। ਤੇ ਇੱਥੇ ਕਾਫੀ ਸਾਰੇ ਮੈਨੂੰ ਗੁੰਬਦ ਜਿਹੜੇ ਹੈਗੇ ਆ ਉਹ ਵੀ ਇੱਥੇ ਨਜ਼ਰ ਆ ਰਹੇ ਹੈਗੇ ਆ। ਤੇ ਇਹ ਫਿਰ ਤੁਹਾਡੇ ਕੋਲ ਸਪੈਸ਼ਲ ਜਿਹੜੀ ਡਿਮਾਂਡ ਦੇ ਉੱਤੇ ਬਣਵਾਏ ਜਾਂਦੇ? ਹਾਂਜੀ ਹਾਂਜੀ, ਇਹ ਸਪੈਸ਼ਲ ਡਿਮਾਂਡ ਤੇ ਹੀ ਬਣਾਏ ਜਾਂਦੇ ਆ। ਕੱਲਾ ਪੰਜਾਬ ਦੇ ਵਿੱਚ ਹੀ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੱਕ ਵੀ ਤੁਹਾਨੂੰ ਆਉਂਦਾ ਹੈਗਾ ਆਰਡਰ ਵੀ ਗਿੱਲ ਸਾਹਿਬ ਸਾਨੂੰ ਆਹ ਚੀਜ਼ ਬਣਾ ਕੇ ਦਿਓ? ਜੀ, ਦੇਸ਼ਾਂ ਵਿਦੇਸ਼ਾਂ ਤੱਕ ਜਾਣ ਦੀ ਪਹੁੰਚਿਆ ਹੈ ਤੇ ਕਾਫੀ ਪ੍ਰਸਿੱਧਤਾ ਮਿਲ ਰਹੀ ਹੈ। ਤੇ ਮੈਂ ਮਹਾਰਾਜ ਦਾ ਸ਼ੁਕਰਗੁਜ਼ਾਰ ਹਾਂ, ਸੱਚੇ ਪਾਤਸ਼ਾਹ ਦਾ, ਕਿ ਚਲੋ ਠੀਕ ਹੈ, ਸੰਸਥਾਵਾਂ ਵਗੈਰਾ ਨੂੰ ਤਾਂ ਨਹੀਂ ਇਤਿਹਾਸ ਨਾਲ ਹੁਣ ਬਹੁਤਾ ਲਗਾਓ, ਮੌਜੂਦਾ ਕੌੜਾ ਸੱਚ ਹੈ, ਪਰ ਸੱਚੇ ਪਾਤਸ਼ਾਹ ਕਿਤੇ ਦੇਖ ਰਹੇ ਆ ਤੇ ਸਾਡੇ ਵਰਗਿਆਂ ਨੂੰ ਤਾਕਤ ਦੇ ਰਹੇ ਆ ਨਾ। ਇੱਕ ਪਰਿਵਾਰ ਨੂੰ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਕਿ ਅਸੀਂ ਇਹ ਹੌਲੀ ਹੌਲੀ ਇਹਦਾ ਆਕਾਰ ਹੋਰ ਵੱਡਾ ਕਰੀ ਜਾ ਰਹੇ ਹਾਂ ਮਹਾਨ ਦੇਸ਼ ਭਗਤ ਪਾਰਕ ਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਤਕਰੀਬਨ ਅਸੀਂ 300 ਸਟੈਚੂ ਬਣਾ ਕੇ ਤੇ ਵਿਰਾਸਤ ਨੂੰ ਸੰਭਾਲਣ ਦਾ ਅਸੀਂ ਯਤਨ ਹੋਰ ਉਚੇਚੇ ਤੌਰ ਤੇ ਕਰਾਂਗੇ। ਤੇ ਇਸ ਟਾਈਮ ਅਸੀਂ ਸਿੱਖ ਕੌਮ ਦੇ ਉਸਰਈਏ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਕੋਲੇ ਖੜੋਤੇ ਹੈਗੇ ਆ, ਔਰ ਬਹੁਤ ਸੋਹਣਾ ਜਿਹੜਾ ਹੈਗਾ ਬੁੱਤ ਮਨਜੀਤ ਸਿੰਘ ਗਿੱਲ ਹੋਣਾ ਦੀ ਜਿਹੜੀ ਹੈਗੀ ਆ ਉਹ ਹੁਨਰ ਦੇ ਵਿੱਚੋਂ ਜਿਹੜਾ ਆ ਬਣਾਇਆ ਗਿਆ ਹੈਗਾ। ਤੇ ਅੱਗੇ ਚੱਲਦੇ ਮਨਜੀਤ ਜੀ, ਆਪਾਂ ਜਾ ਕੇ ਹੋਰ ਜਿਹੜੇ ਹੈਗੇ ਆ ਤੁਹਾਡੇ ਸਿਰਜੇ ਹੋਏ ਬੁੱਤ ਆ ਉਹਨਾਂ ਦੇ ਬਾਰੇ ਵੀ ਆਪਾਂ ਦਿਖਾਉਂਦੇ ਆ। ਤੇ ਦੋਸਤੋ, ਮੈਂ ਦੱਸਣਾ ਚਾਹੂੰਗਾ ਕਿ ਜਿਵੇਂ ਤੁਸੀਂ ਦੇਖ ਰਹੇ ਹੈਗੇ ਹੋ ਕਿ ਇੰਨਾ ਵਧੀਆ ਗਿੱਲ ਸਾਹਿਬ ਕੋਲ ਜਿਹੜਾ ਇਹ ਹੁਨਰ ਹੈਗਾ ਆ, ਜਿਸ ਕਰਕੇ ਦੇਸ਼ਾਂ ਵਿਦੇਸ਼ਾਂ ਤੱਕ ਪਛਾਣ ਬਣ ਚੁੱਕੀ ਆ। ਇੱਧਰ ਇੱਕ ਪੰਜਾਬੀ ਕਿਸਾਨ ਜਿਹੜਾ ਹੈਗਾ, ਜੱਟ ਜਿਹੜਾ ਹੈਗਾ ਆ, ਉਹਦੇ ਆਹ ਤੁਸੀਂ ਦੇਖ ਰਹੇ ਹੈਗੇ ਹੋ ਸਟੈਚੂ ਲੱਗਿਆ ਹੋਇਆ। ਇਸ ਤੋਂ ਬਾਅਦ ਇਹ ਸਾਡੇ ਵਿਰਸੇ ਦੀ ਜਿਹੜੀ ਪਛਾਣ ਕਰਾਉਂਦਾ ਹੈਗਾ। ਇਸ ਤੋਂ ਬਾਅਦ ਸਾਡੇ ਕੋਲੇ ਆ ਇੱਕ ਮੱਝ ਖੜੀ ਹੈਗੀ ਆ ਜੀ, 5 ਕਲਿਆਣੀ ਬੱਲੇ ਮੱਥੇ ਵਾਲੀ। ਤੇ ਐਦਾਂ ਲੱਗਦਾ ਕਿ ਜਿਵੇਂ ਹੁਣ ਇਹ ਬੋਲ ਪਊਗੀ ਸ਼ਾਇਦ। ਕਿੱਲੇ ਤੇ ਖੜੀਆਂ ਮੱਝਾਂ ਵਾਂਗੂ ਹੀ ਜਿਹੜੀ ਆ, ਬਿਲਕੁਲ ਸਿਰਫ ਇੱਕ ਦੁੱਧ ਨਹੀਂ ਦਿੰਦੀ, ਇੱਕ ਬੋਲਦੀ ਨਹੀਂ, ਬਾਕੀ ਸਭ ਸਾਬਤ ਸੂਰਤ ਉਸੇ ਤਰ੍ਹਾਂ ਹੀ ਇਹ ਨਜ਼ਰ ਆ ਰਹੀ ਹੈਗੀ ਆ। ਇਹ ਗਿੱਲ ਸਾਹਿਬ ਦੀ ਬਹੁਤ ਸੋਹਣੀ ਇਹ ਸਿਰਜਣਾ ਜਿਹੜੀ ਆ ਕਿ ਤੁਸੀਂ ਦੇਖ ਰਹੇ ਹੋ। ਕਿਉਂ ਗਿੱਲ ਸਾਹਿਬ, ਕੀ ਕਹਿਣਾ ਤੁਹਾਡਾ? ਇਸ ਤਰ੍ਹਾਂ ਕਿ ਮੈਂ ਨਾ ਦੇਸ਼ ਭਗਤਾਂ ਦੀ ਮਾਤਾ ਗੁਲਾਬ ਕੌਰ ਜਿਹੜੇ ਹੋਏ ਆ ਗਦਰ ਭਾਰਤੀ ਲਹਿਰ ਦੇ, ਉਹਨਾਂ ਦਾ ਮੈਂ ਸਟੈਚੂ ਲਗਾਉਣਾ। ਇਹ ਮੱਝ ਇਸ ਕਰਕੇ ਬਣਾਈ ਆ ਤਾਂ ਕਿ ਲੋਕਾਂ ਨੂੰ ਆਮ ਲੱਗੇ ਪਤਾ ਵੀ ਇਹ ਵੀ ਲੋਕ ਆਮ ਲੋਕਾਂ 'ਚ ਉੱਠ ਕੇ ਦੇਸ਼ ਭਗਤ ਬਣੇ ਆ ਤੇ ਉਹਨਾਂ ਨੇ ਦੇਸ਼ ਦੀ ਖਾਤਰ ਜਿਹੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਇਹ ਮੱਝ ਬਿਲਕੁਲ ਨਾਲ ਹੀ ਉਹਨਾਂ ਨੂੰ ਕੰਮ ਕਰਦਿਆਂ ਵਿਖਾਇਆ ਜਾਣਾ ਇਹ 'ਚ। ਚਲੋ ਆਪਾਂ ਅੱਗੇ ਚੱਲਦੇ ਹਾਂ। ਤੇ ਇਸ ਤੋਂ ਬਾਅਦ ਜੀ ਸਾਡੇ ਕੋਲੇ ਇੱਕ ਹੋਰ ਨੁਕਰਾ ਘੋੜਾ। ਬਿਲਕੁਲ ਜੀ, ਵਾਕਈ ਜਿਹੜੇ ਪੰਜਾਬੀ ਲੋਕ ਹੈਗੇ ਆ ਉਹ ਘੋੜਿਆਂ ਦੇ ਸ਼ੌਕੀਨ ਸੀਗੇ। ਤੇ ਨੁਕਰਾ ਜਿਹੜਾ ਘੋੜਾ ਆ ਉਹ ਇਸ ਟਾਈਮ ਦੇਖ ਰਹੇ ਹੋ ਤੁਸੀਂ ਸਾਰੇ। ਵਾਕਈ ਇਹਦਾ ਕੱਦ ਕਾਠ ਆ, ਸੱਚਮੁੱਚ ਹੀ ਘੋੜਿਆਂ ਦੀ ਜਿਹੜੀ ਨਸਲ ਸੀਗੀ ਉਹਨੂੰ ਐਂ ਲੱਗ ਰਿਹਾ ਕਿ ਜਿਵੇਂ ਹੂਬ ਹੂ ਹੀ ਇੱਕ ਸਾਬਤ ਸੂਰਤ ਜਿਹੜਾ ਘੋੜਾ ਆ ਉਹ ਖੜਾ ਹੋਵੇ, ਔਰ ਬਹੁਤ ਹੀ ਸੋਹਣੀ ਇਹ ਸਿਰਜਣਾ ਕੀਤੀ ਹੈ। ਇਸ ਤੋਂ ਬਾਅਦ ਦੇਖੋ ਇੱਧਰ ਤੁਸੀਂ ਦੇਖ ਰਹੇ ਹੋ ਕਿ ਸਾਡੇ ਭਾਰਤ ਦੇ ਮਰਹੂਮ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਆਜ਼ਾਦ, ਬਿਲਕੁਲ ਜੀ, ਮਿਜ਼ਾਈਲ ਮੈਨ ਦੇ ਨਾਂ ਨਾਲ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀਗਾ।
ਤੇ ਕਲਾਮ ਸਾਹਿਬ ਜਿਹੜੇ ਨੇਗੇ ਇਸ ਟਾਈਮ ਵਾਕਿਆ ਜੀ ਅਸੀਂ ਵੀ ਇਹਨਾਂ ਨੂੰ ਸਲੂਟ ਕਰਦੇ ਹੈਗੇ ਆ। ਗਿੱਲ ਸਾਹਿਬ ਵਾਕਿਆ ਹੀ ਜੀ, ਵਾਕਿਆ ਤੁਹਾਨੂੰ ਵੀ ਸਲੂਟ ਕਰਨਾ ਬਣਦਾ ਹੈ ਤੇ ਸਲਾਮ ਸਾਹਿਬ ਨੂੰ ਵੀ, ਕਿ ਬਹੁਤ ਸੋਹਣੀ ਜਿਹੜੀ ਇਹ ਸਿਰਜਣਾ ਕੀਤੀ ਹੈਗੀ। ਕਿੰਨਾ ਕੁ ਟਾਈਮ ਲੱਗਿਆ ਸੀ ਇਹਨੂੰ ਬਣਾਉਣ ਲਈ? ਸਿੱਧੂ ਸਾਹਿਬ ਅਸਲ ਦੇ ਵਿੱਚ ਮੈਂ ਦਰਸਾਉਣਾ ਚਾਹੁੰਦਾ ਹਾਂ ਵਿਦਿਆਰਥੀਆਂ ਨੂੰ ਕਿ ਬੰਦਾ ਕਿੰਨੀ ਗਰੀਬੀ ਦੀ ਹਾਲਤ 'ਚੋਂ ਉੱਠ ਕੇ ਉਸ ਮੁਕਾਮ ਤੱਕ ਪਹੁੰਚਣਾ, ਇਹਨੀ ਇਮਾਨਦਾਰੀ ਲਾਲ ਬਹਾਦਰ ਸ਼ਾਸਤਰੀ ਔਰ ਡਾਕਟਰ APJ ਅਬਦੁਲ ਕਲਾਮ, ਇਹਨਾਂ ਤੋਂ ਵੱਧ ਮੈਨੂੰ ਇਮਾਨਦਾਰ ਕੋਈ ਰਾਜਨੇਤਾ ਅਜੇ ਤੱਕ ਨਾ ਮੈਨੂੰ ਮਿਲਿਆ ਨਹੀਂਗਾ। ਤੇ ਮੈਂ ਇਹ ਦਰਸਾਉਣਾ ਚਾਹੁੰਦਾ ਕਿ ਤੁਸੀਂ ਇਮਾਨਦਾਰੀ ਦੇ ਨਾਲ ਬਹੁਤ ਅੱਗੇ ਵੱਧ ਕੇ ਬੁਲੰਦੀਆਂ ਹਾਸਲ ਕਰ ਸਕਦੇ ਹੋ ਤੇ ਨੌਜਵਾਨਾਂ ਨੂੰ ਇਹਦੀ ਬਹੁਤ ਪ੍ਰੇਰਨਾ ਮਿਲਦੀ ਹੈ। ਮੈਂ ਉਹਨਾਂ ਦੀ ਯਾਦ ਦੇ ਵਿੱਚ ਇਹ ਤਾਂ ਯਾਦਗਾਰ ਬਣਾਈ ਹੈ। ਤੇ ਆ ਜਿਹੜੀਆਂ ਮਗਰ ਮਜ਼ਾਈਲਾਂ ਆ ਬ੍ਰਹਮੋਸ ਤੁਸੀਂ ਬਣਾਇਆ ਹੈਗਾ, ਤੇ ਕੀ ਇਹ ਸਾਰਾ ਪਲਾਸਟਿਕ ਵਰਤਿਆ ਜਾਂ ਕੀ ਚੀਜ਼ ਵਰਤਿਆ ਗਿਆ? ਹਰ ਇੱਕ ਮਟੀਰੀਅਲ ਯੂਜ਼ ਕੀਤਾ ਜੀ, ਪਲਾਸਟਿਕ ਵੀ ਵਰਤਿਆ ਔਰ ਲੋਹਾ ਵੀ ਵਰਤਿਆ ਔਰ ਮੈਟਲ ਵੀ, ਦੂਸਰੇ ਜਿਹੜੇ ਹੈਗੇ ਆ ਪਿੱਤਲ ਤਾਂਬਾ, ਹਰ ਇੱਕ ਜਿਹੜਾ ਹੈਗਾ ਨਾ ਮੈਂ ਮਟੀਰੀਅਲ ਯੂਜ਼ ਕਰਦਾ, ਫਾਈਬਰ ਗਲਾਸ ਵੀ ਵਰਤਿਆ। ਵਾਕਈ ਬਹੁਤ ਸੋਹਣਾ। ਤੇ ਆਓ ਫਿਰ ਅੱਗੇ ਵੀ ਚੱਲਦੇ ਹਾਂ। ਗਿੱਲ ਸਾਹਿਬ ਆ ਇੱਕ ਸਾਹਮਣੇ ਜਿਹੜਾ ਐਰੋਪਲੇਨ ਲੱਗਿਆ ਹੋਗਾ ਤੇ ਆ ਸਾਹਮਣੇ ਜਿਹੜੀਆਂ ਹੋਰ ਇੱਥੇ ਮੂਰਤੀਆਂ ਲੱਗੀਆਂ, ਇਸ ਬਾਰੇ ਦੱਸੋ। ਮੇਰੇ ਜ਼ਿਹਨ ਦੇ ਵਿੱਚ ਤਾਂ ਇਹ ਗੱਲ ਨਹੀਂ ਹੈ ਕਿ ਕੌਣ ਨੇ ਔਰ ਕਿਸ ਤਰੀਕੇ ਤੁਸੀਂ ਇਹ ਸਿਰਜਣਾ ਕਿਉਂ ਕੀਤੀ ਇਹਨਾਂ ਦੀ? ਜੀ ਇਹ ਕਨਿਸ਼ਕਾ 에ਅਰ ਇੰਡੀਆ ਫਲਾਈਟ 182 ਮੈਮੋਰੀਅਲ ਆ ਤੇ ਸਿੱਧੂ ਸਾਹਿਬ ਇਹ ਇਸ ਕਰਕੇ ਬਣਾਇਆ ਗਿਆ ਸੀਗਾ ਕਿ 1985 ਦੇ ਵਿੱਚ ਨਾ ਇੱਕ ਜਿਹੜਾ ਜਹਾਜ਼ ਉਹ ਸਮੁੰਦਰ ਦੇ ਵਿੱਚ ਹੀ ਜਿਹੜਾ ਉਹ ਗਰਕ ਹੋ ਗਿਆ ਸੀਗਾ ਤੇ ਇਹਦੀ ਜਿਹੜੀ ਹੈਗੀ ਆ ਉਂਗਲ ਵੀ ਜਿਹੜੀ ਹੈਗੀ ਆ ਬਹੁਤ ਸ਼ੱਕੀ ਹਾਲਤਾਂ ਦੇ ਵਿੱਚ ਉਠਾਈ ਗਈ ਵੀ ਇਹ ਕਿਹਨਾਂ ਨੇ ਕਾਰਾ ਕੀਤਾ ਤੇ ਪੰਜਾਬੀਆਂ ਦੇ ਉੱਪਰ ਇਹ ਦਾਗ ਵੀ ਲੱਗਾ। ਇਹਦੇ ਵਿੱਚ ਜਿਹੜੇ ਮਰੇ ਵੀ ਪੰਜਾਬੀ ਜ਼ਿਆਦਾਤਰ, ਹਾਂਜੀ, ਤੇ ਇਹ 'ਚ ਬਾਪੂ ਕਰਨੈਲ ਸਿੰਘ ਪਾਰਸ ਦੇ ਸਾਥੀ ਸਰਦਾਰ ਚਰਨ ਸਿੰਘ ਜੰਡੀ ਵੀ ਮਾਰੇ ਗਏ ਸੀ। ਅੱਛਾ, ਇਸੇ 'ਚ ਮਾਰੇ ਗਏ। ਹਾਂਜੀ, ਤੇ ਮੈਂ ਇਹ ਬਣਾਇਆ ਇਸ ਕਰਕੇ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਫਿਰ ਕਦੀ ਨਾ ਵਾਪਰਨ ਤੇ ਮਨੁੱਖਤਾ ਦਾ ਇਸ ਤਰ੍ਹਾਂ ਦਾ ਜਿਹੜਾ ਉਹ ਨਾ ਕਾਣ ਨਾ ਹੋਵੇ। ਵਾਕਈ ਜੀ ਲਾਜਵਾਬ ਹੈਗੀ ਆ ਵੀ ਕੋਈ ਵੀ ਜਿਹੜੀ ਚੀਜ਼ ਇਸ ਤਰ੍ਹਾਂ ਦੀ ਹੈਗੀ ਉਹ ਕਲਾਕਾਰ ਦੇ ਮਨ ਨੂੰ ਹਲੂਣਾ ਦਿੰਦੀ ਹੈਗੀ ਆ। ਤੇ ਇਹ ਉੱਤੇ ਜਿਹੜਾ ਐਰੋਪਲੇਨ ਤੁਸੀਂ ਦੇਖ ਰਹੇ ਹੋ ਬਣਿਆ ਹੋਇਆ, ਤੇ ਸ਼ਾਇਦ ਇਹ ਇਬਾਰਤ ਜਿਹੜੀ ਹੈ ਇੱਕ ਸ਼ਹੀਦ ਨੀਰਜਾ ਭਨੋਟ। ਬਿਲਕੁਲ ਜੀ, ਗਿੱਲ ਸਾਹਿਬ ਇਹਦੇ ਬਾਰੇ ਜਰਾ ਜ਼ਿਕਰ ਕਰੋ। ਨੀਰਜਾ ਭਨੋਟ ਕੌਣ ਸੀ, ਕਿਵੇਂ ਇਹ ਸਿੱਧੂ ਸਾਹਿਬ 5 ਸਤੰਬਰ 1986 ਜਿਹੜਾ ਹੈਗਾ ਉਹ ਦਿਨ ਸੀਗਾ ਤੇ ਇਹ ਜਿਹੜੀ ਕਰਾਚੀ 에ਅਰਪੋਰਟ ਤੇ ਨਾ ਜਹਾਜ਼ ਅਗਵਾ ਹੋ ਗਿਆ ਸੀਗਾ ਤੇ ਇਹ ਲੜਕੀ ਨੀਰਜਾ ਜਿਹੜੀ ਆ 에ਅਰ ਹੋਸਟਸ ਸੀਗੀ ਤੇ ਇਹਨੇ ਬਹੁਤ ਹੀ ਜ਼ਬਤ ਤੋਂ ਕੰਮ ਲੈਂਦਿਆਂ ਜਿਹੜਾ ਅਗਵਾਕਾਰਾਂ ਨੂੰ ਨਾ ਖਾਣਾ ਵਰਤਾ ਕੇ ਉਹਨਾਂ ਨੂੰ ਉਲਝਾ ਲਿਆ ਤੇ ਬਾਹਰੋਂ ਉਸ ਟਾਈਮ ਅਟੈਕ ਜਿਹੜਾ ਹੈਗਾ ਉਹ ਕਰ ਦਿੱਤਾ ਫੌਜੀਆਂ ਨੇ। ਤੇ ਇਸ ਲੜਕੀ ਨੇ ਬਹਾਦਰੀ ਦਾ ਸਬੂਤ ਦਿੰਦੇ ਆ ਜਦੋਂ ਥੋੜੇ 3 ਬੱਚੇ ਹੀ ਰਹਿ ਗਏ ਸੀ ਪਿੱਛੇ, ਬਾਕੀ ਇਹਨਾਂ ਯਾਤਰੀ ਕਾਫੀ ਕੱਢ ਲਏ ਸੀ, ਕੁਝ ਮਾਰੇ ਵੀ ਗਏ ਸੀਗੇ ਤੇ 3 ਬੱਚਿਆਂ ਨੂੰ ਬਚਾਉਂਦਿਆਂ ਹਮਲਾਵਰ ਇੱਕ ਜਿਹੜਾ ਬਚਿਆ ਹੋਇਆ ਸੀਗਾ ਉਹਨੇ ਇਹਨੂੰ ਵੀ ਗੋਲੀ ਮਾਰਤੀ, ਇਹਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਉਹ ਜਿਹੜੇ ਬੱਚੇ ਸੁਰੱਖਿਅਤ ਕੱਢ ਲਏ ਸੀਗੇ। ਉਹਨਾਂ ਦੀ ਯਾਦ ਦੇ ਵਿੱਚ ਇਹ ਮੈਮੋਰੀਅਲ ਆ ਨੀਰਜਾ ਭਨੋਟ ਦੇ ਯਾਦ ਦੇ ਵਿੱਚ। ਵਾਕਈ ਬਾ ਕਮਾਲ ਜੀ। ਇਸ ਤਰੀਕੇ ਨਾਲ ਜਿਹੜੀਆਂ ਯਾਦਾਂ ਆ ਜਿਹੜੀਆਂ ਅਸੀਂ ਆਪਦੇ ਮਨਾਂ ਚੇਤਿਆਂ 'ਚ ਵਸਾਰ ਚੁੱਕੇ ਹਾਂ, ਤੁਹਾਡੇ ਸਟੈਚੂ ਦੇਖ ਕੇ ਜਿਹੜੀਆਂ ਹੈਗੀਆਂ ਉਹ ਯਾਦ ਆ ਰਹੀਆਂ ਨੇ। ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅੱਗੇ ਗਿੱਲ ਸਾਹਿਬ। ਤੇ ਵਾਹ ਜੀ ਵਾਹ, ਭਗਤ ਪੂਰਨ ਸਿੰਘ ਜੀ, ਇਹਨਾਂ ਦਾ ਜਿਹੜਾ ਸਟੈਚੂ ਹੈਗਾ ਆ ਉਹ ਸਾਨੂੰ ਨਜ਼ਰ ਆ ਰਿਹਾ, ਤੁਸੀਂ ਇੱਧਰ। ਤੇ ਮੈਨੂੰ ਇਹ ਲੱਗਾ ਕਿ ਪਹਿਲਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਤਾਂ ਸਾਂਭੀਏ ਜਿਨ੍ਹਾਂ ਦੀ ਬਹੁਤ ਹੀ ਵੱਡੀ ਘਾਲਣਾ, ਇਹਨਾਂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ, ਭਗਤ ਪੂਰਨ ਸਿੰਘ ਜੀ। ਤੇ ਮੈਨੂੰ ਸ਼ਾਂਤੀ ਮਿਲੀ। ਸੁਰਜੀਤ ਸਿੰਘ ਮੇਰਾ ਜਿਹੜਾ ਭਰਾ ਨਾਲ ਕੰਮ ਕਰ ਰਿਹਾ ਮੇਰੇ, ਅਸੀਂ ਦੋਨੋਂ ਭਰਾਵਾਂ ਨੇ ਇਹ ਰਾਇ ਕੀਤੀ ਵੀ ਆਪਾਂ ਭਗਤ ਪੂਰਨ ਸਿੰਘ ਜੀ ਦਾ ਬਣਾਈਏ ਤਾਂ ਕਿ ਲੋਕਾਂ ਨੂੰ ਨਾ ਉਹਨਾਂ ਦੀ ਸੇਵਾ ਤੋਂ ਉਹਨਾਂ ਦੇ ਘਾਲਣਾ ਤੋਂ ਪ੍ਰੇਰਨਾ ਮਿਲੇ। ਤੇ ਇੱਥੇ ਲੋਕ ਬਹੁਤ ਜ਼ਿਆਦਾ ਆਉਂਦੇ ਆ ਤੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਤੇ ਸਾਡਾ ਮਨ ਜਿਹੜਾ ਹੈਗਾ ਹੋਰ ਵੀ ਖੁਸ਼ ਹੁੰਦਾ। ਬਿਲਕੁਲ ਜੀ, ਤੁਸੀਂ ਸਾਰੇ ਦੇਖ ਰਹੇ ਹੈਗੇ ਹੋ ਕਿ ਭਗਤ ਪੂਰਨ ਸਿੰਘ ਜੀ ਜਿਹੜੇ ਸੀ ਇੱਕ ਉਸ ਲੂਲੇ ਲੰਗੜੇ ਤੇ ਅਪਾਹਿਜ ਬੱਚੇ ਪਿਆਰਾ ਸਿੰਘ ਨੂੰ, ਜਿਨ੍ਹਾਂ ਨੂੰ ਸਾਰੀ ਉਮਰ ਹੀ ਉਹਨਾਂ ਨੇ ਆਪਣਾ ਆਸਰਾ ਦੇ ਕੇ ਆਪਣਾ ਪੁੱਤ ਬਣਾ ਕੇ ਉਹਨੂੰ ਪਾਲਿਆ ਤੇ ਕਿਸ ਤਰੀਕੇ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਉਹ ਪੂਰੀ ਦੁਨੀਆ ਵਿੱਚ ਆਪਣੇ ਸੇਵਾ ਭਾਵ ਦੇ ਕਰਕੇ ਜਾਣੇ ਗਏ ਹੈਗੇ ਆ। ਇਸ ਬੁੱਤ ਨੂੰ ਦੇਖ ਕੇ ਉਹ ਜਿਹੜਾ ਵੇਲਾ ਹੈਗਾ ਉਹ ਯਾਦ ਆ ਰਿਹਾ। ਵਾਕਈ ਇਹ ਮਹਾਨ ਕਲਾ ਜਿਹੜੀ ਹੈਗੀ ਉਹ ਸਿਰਜੀ ਆ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹੈਗੇ ਆ। ਇੱਕ ਗਿੱਲ ਸਾਹਿਬ ਮੈਨੂੰ ਹੋਰ ਇੱਥੇ ਸਟੈਚੂ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈਗਾ, ਜ਼ਰਾ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਵੀ ਜ਼ਿਕਰ ਕਰੋ ਵੀ ਇਹ ਕੌਣ ਨੇ? ਹਰਮਨ ਸਿੱਧੂ ਜੀ ਨੇ ਚੰਡੀਗੜ੍ਹ ਤੋਂ, ਹੁਣ ਵੀ ਮੌਜੂਦਾ ਇਹ ਚੰਡੀਗੜ੍ਹ 'ਚ ਸੰਘਰਸ਼ ਕਰ ਰਹੇ ਨੇ। ਸ਼ਰਾਬ ਦੇ ਠੇਕੇ ਵਗੈਰਾ ਮੇਨ ਸੜਕਾਂ ਤੋਂ ਇਹਨਾਂ ਨੇ ਚੁਕਵਾਏ ਸੀ ਸੁਪਰੀਮ ਕੋਰਟ ਦੇ ਆਰਡਰਾਂ ਨਾਲ ਤੇ ਇਹ ਬਹੁਤ ਵੱਡੀ ਘਾਲਣਾ ਇਹਨਾਂ ਦੀ। ਇਕੱਲੇ ਤੌਰ ਤੇ ਇੱਕ ਬੰਦਾ ਇੱਕ ਸੰਸਥਾ ਹੈ ਤੇ ਇੰਨਾ ਵੱਡਾ ਉਪਰਾਲਾ ਕਰਦੇ ਨੇ। ਉਹ ਆਪ ਆਏ ਸੀ ਇੱਥੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੇਰਾ ਇੱਥੇ ਸਟੈਚੂ ਲਗਾਇਆ ਗਿਆ ਤੇ ਉਹ ਫਿਰ ਮੇਰਾ ਧੰਨਵਾਦ ਵੀ ਕਰਕੇ ਗਏ ਆ। ਅੱਛਾ, ਉਹ ਆਏ। ਅੱਛਾ, ਇਹ ਇੱਕ ਵੱਖਰੀ ਜੀ ਗੱਲ ਨਹੀਂ ਹੋਊਗੀ ਜਿਨ੍ਹਾਂ ਦੇ ਹੁਣ ਤੁਸੀਂ ਬੁੱਤ ਬਣਾਏ ਆ ਉਹ ਸੀਗੇ ਕਿ ਜਿਹੜੇ ਸਾਡੇ ਕੋਲੋਂ ਚਲੇ ਗਏ ਹੈਗੇ ਆ ਤੇ ਇਹ ਹੈਗੇ ਜਿਉਂਦੀ ਜਾਗਦੀ ਸ਼ਖਸੀਅਤ ਆ ਜਿਨ੍ਹਾਂ ਨੇ ਏਡੀ ਵੱਡੀ ਗੱਲ ਲਈ। ਕਿਸ ਤਰ੍ਹਾਂ ਮਹਿਸੂਸ ਹੋਇਆ? ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਹਰਮਨ ਸਿੱਧੂ ਜੀ ਇੱਥੇ ਆਏ
ਤੇ ਉਹ ਪਿਆਰ ਕਰਦੇ ਆ। ਹੁਣ ਵੀ ਫੋਨ ਵੀ ਉਹਨਾਂ ਦਾ ਜਿਹੜੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਮੈਨੂੰ ਉਤਸ਼ਾਹਿਤ ਕਰਦੇ ਰਹਿੰਦੇ ਆ ਵੀ ਤੁਸੀਂ ਬਹੁਤ ਚੰਗਾ ਕਾਰਜ ਕਰ ਰਹੇ ਹੋ। ਆਓ ਫਿਰ ਆਪਾਂ ਅੱਗੇ ਚੱਲ ਕੇ ਹੋਰ ਦੇਖਦੇ ਹਾਂ। ਤੇ ਜਰਾ ਕਿ ਇੱਧਰ ਮੈਂ ਜ਼ਰੂਰ ਸਾਡੇ ਕੈਮਰਾਮੈਨ ਨੂੰ ਕਹੂੰਗਾ ਵੀ ਭਾਈ ਜੀ ਦੇਖੋ ਦੂਰ ਤੱਕ ਜਿਹੜਾ ਨਿਗਾਹ ਪਵਾਓ ਵੀ ਕਿਸ ਤਰੀਕੇ ਆ ਬਹੁਤ ਸੋਹਣੇ ਸੋਹਣੇ ਜਿਹੜੇ ਹੈਗੇ ਆ ਉਹ ਮੋਰਾਂ ਦੇ ਜਿਹੜੀਆਂ ਮੂਰਤੀਆਂ ਇੱਥੇ ਬਣੀਆਂ ਪਈਆਂ ਹੈਗੀਆਂ। ਫਿਰ ਗੁੰਬਦ ਜਿਹੜੇ ਹੈਗੇ ਆ ਖਾਸ ਤੌਰ 'ਤੇ ਦੇਖੋ ਇਹ ਕਹਿ ਸਕਦੇ ਹੈਗੇ ਆ। ਗਿੱਲ ਸਾਹਿਬ ਮੈਂ ਜੇ ਇਹ ਪੁੱਛਾਂ ਵੀ ਸਾਡੀ ਜਿਹੜੀ ਸਿੱਖ ਭਵਨ ਕਲਾ ਦਾ ਨਮੂਨਾ ਉਹ ਇੱਕ ਵੱਖਰੀ ਦੁਨੀਆ 'ਚ ਪਛਾਣ ਹੈਗੀ ਆ, ਠੀਕ ਹੈ। ਅਗਰ ਮੈਂ ਉਹਦੇ ਬਾਰੇ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਸਿੱਖ ਭਵਨ ਕਲਾ ਦਾ ਜਿਹੜਾ ਨਮੂਨਾ ਹੈਗਾ ਗੁੰਬਦ ਜਿਹੜੇ ਹੈਗੇ ਆ ਸਾਡੇ ਕੋਲ ਨਜ਼ਰ ਆ ਰਹੇ ਹੈਗੇ ਆ, ਇਹ ਇੱਕ ਕਲਾ ਜਿਹੜੀ ਸਾਡੀ ਬਿਲਕੁਲ ਡਿਫਰੈਂਟ ਆ ਬਾਕੀ ਜਿਵੇਂ ਮੁਗਲ ਸ਼ੈਲੀ ਸੀਗੀ, ਹਿੰਦੂ ਸ਼ੈਲੀ ਸੀਗੀ ਉਹਨਾਂ ਦੇ ਮੰਦਿਰਾਂ ਦੀ। ਤੇ ਇਹ ਤੁਸੀਂ ਫਿਰ ਇਹ ਕਿਸ ਤਰੀਕੇ ਨਾਲ ਸਿੱਖੀ? ਇਹ ਇਸ ਤਰ੍ਹਾਂ ਹੈ ਕਿ ਇਹ ਕਿਸੇ ਕਾਲਜ ਤੋਂ ਨਹੀਂ ਮੈਂ ਸਿੱਖਿਆ। ਇਹ ਸੰਤ ਬਾਬਾ ਨਾਹਰ ਸਿੰਘ ਜੀ ਸਨੇਰਾਂ ਵਾਲੇ ਉਹਨਾਂ ਦੀ ਬੜੀ ਕਿਰਪਾ ਦ੍ਰਿਸ਼ਟੀ ਹੋਈ ਕਿ ਉਹਨਾਂ ਨੇ ਮੈਨੂੰ ਹੱਥ ਨਾਲ ਇਹ ਸਿਖਾਇਆ ਗੁੰਬਦ, ਕਿਉਂਕਿ ਉਹ ਚਾਹੁੰਦੇ ਸੀਗੇ ਵੀ ਜਿਵੇਂ ਮੁਗਲ ਆਰਕੀਟੈਕਟ ਆ ਨਾ, ਮੁਗਲ ਆਰਕੀਟੈਕਟ ਤੋਂ ਬਾਅਦ ਸਿੱਖ ਆਰਕੀਟੈਕਟ ਨੇ ਬਹੁਤ ਤਰੱਕੀ ਕੀਤੀ ਹੈ। ਤੇ ਬਾਬਾ ਨਾਹਰ ਸਿੰਘ ਜੀ ਜਿਹੜੇ ਬਹੁਤ ਵੱਡੇ ਇੰਜੀਨੀਅਰ ਵੀ ਸੀਗੇ ਤੇ ਉਹਨਾਂ ਨੇ ਮੈਨੂੰ ਆਰਟ ਦੀਆਂ ਬਹੁਤ ਬਰੀਕੀਆਂ ਸਿਖਾਈਆਂ, ਨਾਲ ਜਿਹੜੀ ਭਵਨ ਨਿਰਮਾਣ ਕਲਾ ਜਿਹੜੀ ਹੈ ਨਾ ਉਹ ਵੀ ਮੈਨੂੰ ਸਿਖਾਈ, ਮੈਨੂੰ ਔਰ ਮੇਰੇ ਛੋਟੇ ਭਰਾ ਸੁਰਜੀਤ ਸਿੰਘ ਨੂੰ। ਇਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਜੀ, ਦਿਖਾ ਰਹੇ ਹਾਂ ਤੁਹਾਨੂੰ ਸਾਹਮਣੇ ਇੱਕ ਹੋਰ ਬੁੱਤ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈਗਾ। ਪਿਛਲੇ ਕੁਝ ਅਰਸਾ ਹੋਇਆ ਸਾਡੇ ਇੱਕ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀ ਮਾਰ ਕੇ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀਗੀ। ਉਸ ਗੌਰੀ ਲੰਕੇਸ਼ ਦਾ ਜਿਹੜਾ ਬੁੱਤ ਹੈ ਉਹ ਵੀ ਤੁਸੀਂ ਦੇਖ ਰਹੇ ਹੋ। ਤੇ ਗਿੱਲ ਸਾਹਿਬ ਕਿਸ ਤਰੀਕੇ ਇਸ ਤਰ੍ਹਾਂ ਦੇ ਬੁੱਤਾਂ ਦੀ ਪ੍ਰੇਰਨਾ ਤੁਹਾਨੂੰ ਮਿਲਦੀ ਹੈਗੀ ਹੈ ਵੀ ਜਿਵੇਂ ਇਹ ਤਾਂ ਹੁਣੇ ਘਟਨਾ ਹੋਈ ਤੇ ਕੀ ਮਨ 'ਚ ਸੋਚ ਕੇ ਇਸ ਬੁੱਤ ਨੂੰ ਤੁਸੀਂ ਸਿਰਜਿਆ? ਇਹ ਸਿੱਧੂ ਸਾਹਿਬ ਇਹ ਨਾ ਬਦੀ ਉੱਪਰ ਨੇਕੀ ਦੀ ਜਿੱਤ ਦਿਖਾਈ ਆ। ਤੁਸੀਂ ਦੇਖ ਰਹੇ ਹੋ ਪਿਸਤੌਲ ਦੀ ਜਿਹੜੀ ਹੈਗੀ ਉਹ ਨਾਲੀ ਜਿਹੜੀ ਆ ਉਹ ਨੀਚੇ ਆ, ਪਰ ਜਿਹੜੀ ਉਹ ਅਮਰ ਜੋਤੀ ਆ ਉਹ ਉੱਪਰ ਹੈ। ਹਾਂਜੀ, ਤੇ ਉਹ ਮੈਂ ਇਸ ਕਰਕੇ ਦਿਖਾਈ ਹੈ ਕਿ ਤੁਸੀਂ ਲੋ ਜਿਹੜੀ ਹੈਗੀ ਆ ਸੱਚ ਦੀ ਲੋ ਨੂੰ ਤੁਸੀਂ ਦਬਾ ਨਹੀਂ ਸਕਦੇ। ਹਥਿਆਰ ਬੜਾ ਚਿਰ ਜਿਹੜਾ ਹੈਗਾ ਉਹ ਸੱਚ ਦੀ ਜਿਹੜੀ ਹੋਂਦ ਨੂੰ ਕੋਈ ਖਤਰਾ ਨਹੀਂ ਪੈਦਾ ਕਰਦੇ। ਕਿਸੇ ਟਾਈਮ ਨਾ ਸੱਚ ਦੀ ਹੋਂਦ ਜਿਹੜੀ ਆ ਉਹ ਬਾਹਰ ਆ ਜਾਂਦੀ। ਜਿਹੜਾ ਕਲਮ ਹੈ ਉਹ ਤਲਵਾਰ ਨਾਲੋਂ ਵੀ ਤਿੱਖੀ ਹੈ। ਵਾਕਈ ਇਹ ਪ੍ਰਤੀਕ ਹੈਗਾ ਜੀ, ਜਿਹੜੀ ਕਲਮ ਹੈਗੀ ਉਹ ਤਲਵਾਰ ਨਾਲੋਂ ਤਿੱਖੀ ਹੈਗੀ ਔਰ ਸੱਚ ਨੂੰ ਜਿਹੜਾ ਹੈਗਾ ਉਹ ਕਦੇ ਦਬਾਇਆ ਨਹੀਂ ਜਾ ਸਕਦਾ ਹੈਗਾ। ਵਾਕਈ ਗੌਰੀ ਲੰਕੇਸ਼ ਨੂੰ ਵੀ ਸਾਡਾ ਸਲੂਟ ਹੈਗਾ ਜਿਨ੍ਹਾਂ ਦੇ ਜਿਹੜਾ ਬੁੱਤ ਹੈ ਉਹ ਇੱਥੇ ਬਣਾਇਆ ਗਿਆ ਹੈਗਾ। ਹਾਂਜੀ, ਅੱਗੇ ਚੱਲਦੇ ਹੈਗੇ ਆ। ਤੇ ਇਸ ਜਿਹੜਾ ਮਹਾਨ ਦੇਸ਼ ਭਗਤ ਪਾਰਕ ਮਨਜੀਤ ਸਿੰਘ ਗਿੱਲ ਹੋਰਾਂ ਨੇ ਬਣਾਇਆ। ਗਿੱਲ ਸਾਹਿਬ ਜਰਾ ਇਹ ਤਾਂ ਦੱਸੋ ਵੀ ਇਹਨੂੰ ਕਿੰਨੇ ਵਰ੍ਹੇ ਹੋ ਗਏ ਇਸ ਸਾਰੇ ਪਾਰਕ ਨੂੰ ਬਣਾਏ ਔਰ ਤੁਸੀਂ ਇੱਥੇ ਸਾਰੇ ਬੁੱਤ ਬਣਾ ਰਹੇ ਹੈਗੇ ਹੋ? ਇਹਨੂੰ ਬਾਹਲਾ ਚਿਰ ਨਹੀਂ ਹੋਇਆ, ਕੋਈ 3-4 ਸਾਲ ਤੋਂ ਹੀ ਹੋਂਦ ਵਿੱਚ ਆਇਆ। ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ 30 ਅਕਤੂਬਰ 1922 ਦੇ ਦਿਨ ਜਿਹੜਾ ਹੈਗਾ ਨਾ ਵੀ ਉਹ ਮੈਂ ਪੂਰਾ ਇਤਿਹਾਸ ਲਿਖ ਕੇ ਦਰਸਾਇਆ ਕਿ ਗੁਰੂ ਕੇ ਬਾਗ ਵਾਲੇ ਮੋਰਚੇ ਦੇ ਬੰਦੀ ਬਣਾਏ ਸਿੰਘਾਂ ਨੂੰ ਇਹ ਰੇਲ ਗੱਡੀ ਲੈ ਕੇ ਜਾ ਰਹੀ ਸੀ ਤੇ ਉਹ ਭੁੱਖਣ ਭਾਣੇ ਸੀਗੇ ਕੈਦੀ। ਤੇ ਸਿੱਖ ਸੰਗਤਾਂ ਨੇ ਸੋਚਿਆ ਵੀ ਉਹਨਾਂ ਨੂੰ ਆਪਾਂ ਭੁੱਖੇ ਭਾਣਿਆਂ ਨੂੰ ਪ੍ਰਸ਼ਾਦਾ ਛਕਾਈਏ ਤੇ ਉਹਨਾਂ ਸਟੇਸ਼ਨ ਮਾਸਟਰ ਨਾਲ ਗੱਲ ਕੀਤੀ। ਸਟੇਸ਼ਨ ਮਾਸਟਰ ਜਿਹੜਾ ਪਹਿਲਾਂ ਤਾਂ ਮੰਨ ਗਿਆ, ਬਾਅਦ ਦੇ ਵਿੱਚ ਨਾ ਉਹ ਮੁੱਕਰ ਗਿਆ ਆਪਣੀ ਗੱਲ ਤੋਂ। ਫਿਰ ਉਹ ਜਿਹੜੇ ਹੈਗੇ ਆ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਉਹ ਅੱਗੇ ਹੋਏ। ਆਮ ਕਰਕੇ ਤਾਂ ਜਿਹੜੇ ਲੀਡਰ ਲੋਕ ਆ ਨਾ ਉਹ ਲੋਕਾਂ ਨੂੰ ਅੱਗੇ ਕਰਦੇ, ਪਰ ਉਹ ਆਪ ਅੱਗੇ ਆਏ। ਉਹ ਮੈਨੇਜਰ ਸੀਗੇ ਉਸ ਟਾਈਮ ਤੇ ਉਹਨਾਂ ਨੇ ਅੱਗੇ ਆ ਕੇ ਤੇ ਟ੍ਰੇਨ ਦੇ ਅੱਗੇ ਸ਼ਹੀਦੀ ਪ੍ਰਾਪਤ ਕੀਤੀ। 2 ਸਿੰਘਾਂ ਨੂੰ ਚੀਰਦੀ ਹੋਈ ਟ੍ਰੇਨ ਉੱਥੇ ਰੁਕ ਗਈ ਤੇ ਉਹਨਾਂ ਨੇ ਵੇਖੋ ਕਿੱਡਾ ਵੱਡਾ ਇਤਿਹਾਸ ਆਪਣਾ ਤੇ ਪ੍ਰਸ਼ਾਦਾ ਛਕਾਇਆ ਸਿੱਖ ਸੰਗਤਾਂ ਨੂੰ ਤੇ ਅੱਗੇ ਜਾਣ ਦਿੱਤਾ ਗਿਆ ਕੈਦੀਆਂ ਨੂੰ। ਇਕੱਲੇ ਗਿੱਲ ਸਾਹਿਬ ਦੇ ਜਿਹੜੇ ਬੁੱਤਾਂ ਦੀ ਗੱਲ ਨਹੀਂ ਕਰਦੇ, ਜਦੋਂ ਅਸੀਂ ਆ ਬੁੱਤ ਸਾਰੇ ਦੇਖਦੇ ਹਾਂ ਤੇ ਨਾਲ ਦੀ ਨਾਲ ਅਸੀਂ ਦੇਖ ਰਹੇ ਹਾਂ ਵੀ ਇੱਥੇ ਆਲੇ ਦੁਆਲੇ ਇੰਨੀ ਗਰੀਨਰੀ ਵੀ ਤੁਹਾਨੂੰ ਵਿੱਚ ਨਜ਼ਰ ਆ ਜਿਹੜੀ ਉਹ ਆ ਰਹੀ ਆ। ਤੇ ਇਹਦੇ ਮਗਰਲੇ ਪਾਸੇ ਮੈਨੂੰ ਇੱਕ ਹੋਰ ਜਿਹੜਾ ਹੈਗਾ ਸਨ 84 ਵਾਕਈ ਸਿੱਖ ਕੌਮ ਦੇ ਨਾਲ ਇੱਕ ਹੋਈ ਬਹੁਤ ਵੱਡੀ ਤਰਾਸਦੀ ਜਿਹੜੀ ਹੈ ਉਹਦਾ ਇਹ ਬੁੱਤ ਜਿਹੜਾ ਦਿਖਾਇਆ ਗਿਆ ਕਿ 1984 ਦੇ ਵਿੱਚ ਦਿੱਲੀ ਵਿੱਚ ਕਿਸ ਤਰੀਕੇ ਦੀ ਘਟਨਾ ਹੋਈ ਆ। ਸਾਡੇ ਇਸ ਕਲਾਕਾਰ ਮਨਜੀਤ ਸਿੰਘ ਗਿੱਲ ਹੋਣਾ ਨੂੰ ਵੀ ਅੰਦਰੋਂ ਤੱਕ ਬਾਕੀ ਕੌਮ ਤਰ੍ਹਾਂ ਹਲੂਣਾ ਜਿਹੜਾ ਹੈਗਾ ਅੰਦਰ ਤੱਕ ਮਿਲਿਆ ਔਰ ਉਹਨਾਂ ਨੇ ਇਸ ਦੀ ਜਿਹੜੀ ਹੈ ਸਿਰਜਣਾ ਜਿਹੜੀ ਕੀਤੀ ਹੈਗੀ ਆ। ਤੁਸੀਂ ਦੇਖ ਰਹੇ ਹੋ 1984 ਦੇ ਸ਼ਹੀਦਾਂ ਨੂੰ ਜਿਹੜਾ ਹੈਗਾ ਆ ਉਹ ਇਸ ਤਰੀਕੇ ਦਾ ਸਟੈਚੂ ਬਣਾ ਕੇ ਇੱਕ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਗਈ ਹੈ। ਤੇ ਉਹ ਜਿਹੜਾ ਮਨਾਜ਼ਰ ਸੀ ਉਸ ਸਮੇਂ ਦਾ ਕਿ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਜਿਹੜਾ ਸੀ ਉਹਨਾਂ ਨੂੰ ਸਾੜਿਆ ਗਿਆ ਸੀਗਾ। ਤੇ ਗਿੱਲ ਸਾਹਿਬ ਆਓ ਜਰਾ ਦੱਸੋ ਸਾਨੂੰ ਕਿ ਇਹ ਇਸ ਤਰ੍ਹਾਂ ਦਾ ਜਿਹੜੀ ਤਰਾਸਦੀ ਹੈਗੀ ਆ ਕਿਸ ਤਰੀਕੇ ਮਨ ਦੇ ਵਿੱਚ ਕਲਪਨਾ ਆਈ ਕਿ ਉਹਨੂੰ ਉਕਰਨਾ ਬੜਾ ਹੀ ਔਖਾ ਹੁੰਦਾ ਇੱਕ ਕਲਾਕਾਰ ਦੀ। ਮੈਂ ਕਹਿੰਦਾ ਕਿ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਸਿੱਧੂ ਸਾਹਿਬ ਇਸ ਤਰਾਸਦੀ ਨੂੰ ਕਦੇ ਵੀ ਕੌਮ ਭੁਲਾ ਨਹੀਂ ਸਕਦੀ। ਤੇ ਇੱਕ ਹੋਰ ਵੀ ਤਰਾਸਦੀ ਇਹ ਸੀਗੀ ਕਿ ਐਡਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਕਿਤੇ ਯਾਦਗਾਰ ਹੈ ਨਹੀਂ ਸੀ। ਹੁਣ ਤਾਂ ਉਹਨਾਂ ਨੇ ਸੱਚ ਦੀ ਕੰਧ ਬਣਾਈ ਆ, ਪਰ ਮੈਂ ਇਸ ਤੋਂ ਬਹੁਤ ਚਿਰ ਪਹਿਲਾਂ
ਅਸੀਂ ਪਰਿਵਾਰਕ ਤੌਰ ਤੇ ਇਹ ਉਪਰਾਲਾ ਕੀਤਾ ਕਿ ਉਹ ਟਾਇਰਾਂ ਦੀ ਉਸੇ ਤਰ੍ਹਾਂ ਜਿਹੜੀ ਓਰੀਜਨਲ ਜਿਸ ਤਰ੍ਹਾਂ ਫੋਟੋਗ੍ਰਾਫ ਹੈਗੇ ਰੇਲਵੇ ਸਟੇਸ਼ਨ ਦਾ ਦ੍ਰਿਸ਼ ਆ, ਔਰ ਇਹ ਵੀ ਉਸੇ ਤਰ੍ਹਾਂ ਕੁੱਤਿਆਂ ਨੇ ਲਾਸ਼ਾਂ ਉਸ ਟਾਈਮ ਖਾਧੀਆਂ। ਮੈਂ ਬਿਲਕੁਲ ਉਹ ਫੋਟੋਗ੍ਰਾਫ ਤੋਂ ਇਨਬੇ ਨਹੀਂ ਬਣਾਈ ਹੈ, ਮੈਂ ਆਪਣੇ ਕੋਲੋਂ ਕੁਝ ਵੀ ਨਹੀਂ ਬਣਾਇਆ। ਇਹ ਜੋ ਅਸਲੀਅਤ ਸੀ ਅਸੀਂ ਉਸੇ ਨੂੰ ਉਜਾਗਰ ਕੀਤਾ। ਤੇ ਸਾਡੀ ਕੌਮ ਦੀ ਇਹ ਤਰਾਸਦੀ ਹੈ ਕਿ ਅਸੀਂ ਆਪਣਾ ਇਤਿਹਾਸ ਵੀ ਨਹੀਂ ਸਾਂਭ ਸਕਦੇ, ਤੇ ਮੈਂ ਉਸ ਨਿਗੁਣਾ ਜਿਹਾ ਯਤਨ ਕੀਤਾ। ਆ ਮੈਂ ਦੇਖ ਰਿਹਾ ਗਿੱਲ ਸਾਹਿਬ ਕਿ ਤੁਸੀਂ ਦੱਸਿਆ ਵੀ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੇ ਸਫ਼ਰ ਕਰ ਰਹੇ ਸੀ ਉਸ ਸਮੇਂ ਸਿੱਖ, ਉਹਨਾਂ ਨੂੰ ਗੱਡੀਆਂ 'ਚੋਂ ਲਾ ਕੇ ਮਾਰਿਆ ਗਿਆ ਤੇ ਫਿਰ ਉਹ ਲਾਸ਼ਾਂ ਉਹਨਾਂ ਦੀਆਂ ਨੂੰ ਇਸ ਤਰ੍ਹਾਂ ਲਵਾਰਸ ਜਿਹੜਾ ਸੀ ਦਿਖਾਇਆ ਗਿਆ। ਇਹ ਕੁਲੀਆਂ ਵਾਲੀ ਰੇਹੜੀ ਦੇ ਉੱਪਰ ਜਿਹੜਾ ਹੈਗਾ ਉਹਨਾਂ ਨੂੰ ਲਾਸ਼ਾਂ ਨੂੰ ਪਾਇਆ ਗਿਆ ਸੀਗਾ। ਇਹ ਤੁਸੀਂ ਉਹ ਅੱਜ ਵੀ ਉਹ ਨੈਟ ਦੇ ਉੱਪਰ ਇਹ ਤਸਵੀਰਾਂ ਦੇਖ ਸਕਦੇ ਹੋ। ਤੇ ਦੂਸਰੇ ਪਾਸੇ ਇੱਧਰ ਅਸੀਂ ਦੇਖਦੇ ਹਾਂ ਵੀ ਇੱਕ ਜਿਹੜਾ ਕਰੰਗ ਹੈ ਉਹ ਸਾੜਿਆ ਗਿਆ, ਔਰ ਉਹਨੂੰ ਕੁੱਤਾ ਜਿਹੜਾ ਹੈਗਾ ਆ ਉਸ ਕਰੰਗ ਨੂੰ ਜਿਹੜਾ ਹੈਗਾ ਉਹ ਸੁੰਘ ਰਿਹਾ। ਇਸ ਬਾਰੇ ਜ਼ਰਾ ਦੱਸੋ। ਇਹ ਵੀ ਬਿਲਕੁਲ ਜਿਹੜੀ ਰੇਅਰ ਫੋਟੋ ਆ ਉਸ ਟਾਈਮ ਕੈਮਰੇ ਦੀ ਖਿੱਚੀ ਹੋਈ, ਤੇ ਮੈਂ ਉਹਨੂੰ ਇਨ ਬਿਨ ਆਪਣੀ ਕਲਾ ਦੇ ਨਾਲ ਢਾਲਿਆ, ਤੇ ਇਸੇ ਤਰ੍ਹਾਂ ਹੀ ਹੋਇਆ ਸੀਗਾ ਜੀ। ਬਿਲਕੁਲ ਇਸੇ ਤਰ੍ਹਾਂ ਕੁੱਤਿਆਂ ਨੇ ਲਾਸ਼ਾਂ ਉਸ ਟਾਈਮ ਖਾਧੀਆਂ ਸੀਗੀਆਂ। ਬਹੁਤ ਵੱਡਾ ਦੁਖਾਂਤ ਆ ਜਿਹਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਭੁਲਾਇਆ ਨਹੀਂ ਜਾ ਸਕਦਾ, ਵਾਕਈ ਬੜੀ ਮਾਰਮਿਕ ਯਾਦਗਾਰ ਬਣਾਉਣ ਦਾ ਜਿਹੜਾ ਹੈਗਾ ਕਾਰਜ ਇਸ ਕਰਕੇ ਕੀਤਾ ਗਿਆ ਤਾਂ ਕਿ ਘਟਨਾਵਾਂ ਦੁਬਾਰਾ ਨਾ ਵਾਪਰਨ। ਜੀ ਬਿਲਕੁਲ। ਤੇ ਆਓ ਫਿਰ ਆਪਾਂ ਚੱਲਦੇ ਹਾਂ ਅੱਗੇ ਤੇ ਹੋਰ ਵੀ ਦੇਖਦੇ ਹੈਗੇ ਆ। ਤੇ ਇਸ ਤੋਂ ਬਾਅਦ ਅਸੀਂ ਚੱਲਦੇ ਚੱਲਦੇ ਪਹੁੰਚੇ ਹਾਂ ਜੀ ਸ਼ਹੀਦ ਮਦਨ ਲਾਲ ਢੀਂਗਰਾ, ਮਹਾਨ ਦੇਸ਼ ਭਗਤ, ਉਹਨਾਂ ਦੇ ਬੁੱਤ ਕੋਲੇ। ਤੇ ਉਸ ਤੋਂ ਬਾਅਦ ਅਗਲੇ ਪਾਸੇ ਸਾਡੇ ਕੋਲੇ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਤੇ ਰਾਜਗੁਰੂ ਹੋਰਾਂ ਦੇ ਜਿਹੜੇ ਬੁੱਤ ਹੈਗੇ ਆ ਉਹ ਲੱਗੇ ਹੋਏ ਨੇ, ਤੇ ਅਸੀਂ ਦੇਖ ਰਹੇ ਹੈਗੇ ਆ ਗਿੱਲ ਸਾਹਿਬ। ਤੇ ਇੱਥੇ ਪਿੰਡ ਬੰਨਿਓ ਜਦੋਂ ਤੁਹਾਡੇ ਬੁੱਤ ਦੇਖਦੇ ਆ, ਪਿੰਡ ਦੇ ਵਿੱਚ ਤੁਸੀਂ ਕਿਵੇਂ ਸੋਚਿਆ ਵੀ ਇੱਥੇ ਹੀ ਇਸ ਜਿਹੜਾ ਇੱਕ ਮਿਊਜ਼ੀਅਮ ਆਪਾਂ ਕਹਿ ਸਕਦੇ ਹਾਂ, ਇੱਕ ਅਜਾਇਬ ਘਰ ਕਹਿ ਸਕਦੇ, ਇੱਥੇ ਕਿਉਂ ਇਹਦੀ ਸਥਾਪਨਾ ਕੀਤੀ? ਅਸਲ ਦੇ ਵਿੱਚ ਨਾ ਇਹਦਾ ਇਤਿਹਾਸ ਵੀ ਜੁੜਦਾ ਕਿ ਇਹ ਇੱਥੇ ਬਾਬਾ ਸੁੰਦਰ ਸਿੰਘ ਘਾਲੀ ਸਾਡੇ ਗਦਰੀ ਬਾਬੇ ਹੋਏ ਨੇ, ਤੇ ਉਹਨਾਂ ਕੋਲ ਰਾਤ ਠਹਿਰੇ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ। ਇਹ ਪਿੰਡੋਂ ਬਾਰ-ਬਾਰ ਡੰਡੀ ਸੀਗੀ, ਤੇ ਪਿੰਡ ਦੇ ਬਾਹਰਲੇ ਪਾਸੇ ਠਹਿਰੇ ਹੋਣ ਕਰਕੇ ਇਹ ਰਸਤਾ ਸੀਗਾ। ਤੇ ਇਹ ਬਜ਼ੁਰਗਾਂ ਨੇ ਦੱਸਿਆ ਸੀ ਕਿ ਉਹਨਾਂ ਨੇ ਰਾਤ ਇੱਥੇ ਕੱਟੀ ਸੀਗੀ, ਇਸ ਕਰਕੇ ਫਿਰ ਹੌਲੀ ਹੌਲੀ ਜਗ੍ਹਾ ਉਹ ਖਰੀਦੀ, ਹਨਾ, ਖਰੀਦ ਕੇ ਤੇ ਫਿਰ ਜਿਹੜਾ ਹੈਗਾ ਇਹ ਆਪਾਂ ਉਪਰਾਲਾ ਕੀਤਾ। ਉਹਨਾਂ ਦੇ ਸਟੈਚੂ ਤੋਂ ਹੀ ਉਪਰਾਲਾ ਕੀਤਾ ਸੀਗਾ ਸ਼ੁਰੂ। ਹਾਂਜੀ। ਤੇ ਇਸ ਤੋਂ ਬਾਅਦ ਅੱਗੇ ਵੀ ਮੈਨੂੰ ਨਜ਼ਰ ਆ ਰਹੇ ਨੇ, ਜਰਾ ਇਸ ਬਾਰੇ ਵੀ ਜਰਾ ਚਰਚਾ ਕਰੋ। ਚੰਦਰ ਸ਼ੇਖਰ ਆਜ਼ਾਦ ਜੀ ਹੈ, ਉਸ ਤੋਂ ਬਾਅਦ ਲਾਲਾ ਲਾਜਪਤ ਰਾਏ, ਫਿਰ ਗਦਰ ਪਾਰਟੀ ਲਹਿਰ ਦੇ ਰਾਸ ਬਿਹਾਰੀ ਬੋਸ ਜੀ, ਤੇ ਨਾਲ ਉਹਨਾਂ ਦੇ ਨਾ ਜਨਮ ਤਰੀਕਾਂ ਔਰ ਉਹਨਾਂ ਦਾ ਜਿਹੜਾ ਅੰਤਮ ਦਿਨ ਤੱਕ ਜਿਹੜਾ ਉਹ ਲਿਖਿਆ ਹੋਇਆ, ਤਾਂ ਕਿ ਲੋਕਾਂ ਨੂੰ ਉਹਨਾਂ ਦੀ ਜੀਵਨੀ ਤੋਂ ਸੇਧ ਮਿਲੇ ਤੇ ਸਟੂਡੈਂਟਸ ਨੂੰ ਪਤਾ ਲੱਗ ਸਕੇ ਵੀ ਇਹ ਕਦੋਂ ਇਹਨਾਂ ਦਾ ਜਨਮ ਹੋਇਆ ਸੀ, ਕਿੰਨੀ ਉਮਰ ਦੇ ਵਿੱਚ ਇਹਨਾਂ ਨੇ ਕੀ ਕੀ ਘਾਲਣਾ ਘਾਲੀਆਂ। ਮਤਲਬ ਸਾਰਾ ਜਿਹੜਾ ਵੇਰਵਾ ਹੈਗਾ ਉਹ ਵੀ ਤੁਸੀਂ ਨਾਲ ਪਾਇਆ ਹੋਇਆ। ਬਿਲਕੁਲ। ਲਾਲਾ ਲਾਜਪਤ ਰਾਏ ਦਾ ਤਾਂ ਸੰਬੰਧ ਵੀ ਇੱਥੇ ਮੋਗੇ ਜ਼ਿਲ੍ਹੇ ਨਾਲ ਹੀ ਸੀ, ਟੂਡੀ ਕੇ। ਹਾਂਜੀ, ਤੁਹਾਡੇ ਗੁਆਂਢੀ ਸੀਗੇ। ਬਿਲਕੁਲ। ਤੇ ਇਸ ਤੋਂ ਬਾਅਦ ਮੇਰੇ ਖਿਆਲ ਅੱਗੇ ਅਸੀਂ ਚੱਲਦੇ ਹਾਂ ਤੇ ਦਿਖਾਉਂਦੇ ਹਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਹੋਰਾਂ ਦਾ ਹੈਗਾ। ਤੇ ਇਹ ਬੜੇ ਦੂਰੋਂ ਝਲਕ ਜਿਹੜੀ ਉਹ ਇਦਾਂ ਮਿਲਦੀ ਵੀ ਇਹ ਤਾਂਬੇ ਦੇ ਬਣਾਏ, ਕੀ ਵਰਤਿਆ ਜੀ ਇੱਥੇ? ਅਸਲ ਦੇ ਵਿੱਚ ਕੀ ਹੈ ਕਿ ਮੈਂ ਬਣਾਉਣੇ ਤਾਂਬੇ ਤੇ ਚਾਹੁੰਦਾ ਸੀ, ਪਰ ਹੁਣ ਇੰਨਾ ਵੱਡਾ ਉਪਰਾਲਾ ਫਿਰ ਇਕੱਲਾ ਅਸੀਂ ਪਰਿਵਾਰਕ ਤੌਰ ਤੇ ਕਰ ਰਹੇ ਹਾਂ, ਤੇ ਮੈਂ ਮੈਟਲ ਦੇ ਨਹੀਂ ਬਣਾ ਸਕਿਆ। ਇਹ ਫਾਈਬਰ ਗਲਾਸ ਨਾਲ ਬਣਾਏ ਗਏ ਆ, ਹਨਾ। ਤੇ ਅੱਗੇ ਉਸ ਤੋਂ ਨਾਲ ਹੀ ਆਪਾਂ ਸੰਵਿਧਾਨ ਦੇ ਨਿਰਮਾਤਾ ਜਿਹੜੇ ਕਿ ਡਾਕਟਰ ਅੰਬੇਦਕਰ ਜੀ, ਤੇ ਨਾਲ ਮੈਂ ਨਾ ਉਹਨਾਂ ਦੀ ਉਹ ਡਿਗਰੀਆਂ ਕਿੰਨੀਆਂ ਉਹਨਾਂ ਨੇ ਕੀਤੀਆਂ ਸੀ ਉਹ ਇਸ ਕਰਕੇ ਲਿਖ ਕੇ ਲਾਈਆਂ। ਮੈਂ ਦੱਸਦਾ ਰਹਿਣਾ ਕਿ ਉਹਨਾਂ ਨੇ ਇੰਨੀ ਗਰੀਬੀ ਦੀ ਹਾਲਤ ਵਿੱਚ ਇੰਨੀਆਂ ਡਿਗਰੀਆਂ ਕਰ ਲਈਆਂ ਵੀ ਤੁਸੀਂ ਇੰਨੀਆਂ ਸਹੂਲਤਾਂ ਦੇ ਬਾਵਜੂਦ ਘੱਟੋ ਘੱਟ ਇਹ ਅੱਧੀਆਂ ਹੀ ਕਰ ਲਓ। ਤੇ ਖੈਰ ਸਟੂਡੈਂਟਸ ਨੂੰ ਨਾ ਬਹੁਤ ਹੁਲਾਰਾ ਮਿਲਦਾ ਇਹ ਵੇਖ ਕੇ ਉਹਨਾਂ ਦਾ ਇਤਿਹਾਸ ਜਿਹੜਾ ਹੈਗਾ ਪੜ੍ਹ ਕੇ। ਤੁਸੀਂ ਦੇਖ ਰਹੇ ਹੋ ਸੰਵਿਧਾਨ ਘਾੜੇ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦਾ ਇਹ ਬੁੱਤ ਹੈ। ਬਹੁਤ ਸੋਹਣੀ ਜਿਹੜੀ ਹੈ ਉਹ ਸਿਰਜਣਾ ਹੋਈ ਹੈ। ਤੇ ਇਸ ਤੋਂ ਬਾਅਦ ਅਸੀਂ ਅੱਗੇ ਚੱਲਾਂਗੇ ਗਿੱਲ ਸਾਹਿਬ ਦੇ ਨਾਲ। ਸਾਰੇ ਹੀ ਇਸ ਮਿਊਜ਼ੀਅਮ ਜਿਹੜਾ ਤੁਸੀਂ ਦੇਖ ਰਹੇ ਹੈਗੇ ਹੋ, ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਜਿਹੜੇ ਬੁੱਤ ਹੈਗੇ ਆ ਉਹ ਉਹਨਾਂ ਨੇ ਬਣਾ ਕੇ ਲਾਏ ਆ। ਔਰ ਘੱਲ ਕਲਾਂ ਪਿੰਡ ਦੀ ਸ਼ਾਨ ਹੈ, ਮੋਗੇ ਜ਼ਿਲ੍ਹੇ ਦੀ ਸ਼ਾਨ ਹੈ, ਪੰਜਾਬ ਦੀ ਸ਼ਾਨ ਹੈ ਕਿ ਇਸ ਪਿੰਡ ਦੇ ਵਿੱਚ ਰਹਿ ਕੇ ਵੀ ਉਹਨਾਂ ਨੇ ਦੇਸ਼ ਵਿਦੇਸ਼ ਤੱਕ ਜਿਹੜੀ ਹੈਗੀ ਆ ਆਪਣੀ ਜਿਹੜੀ ਪਛਾਣ ਆ ਉਹ ਬਣਾਈ ਹੈਗੀ ਆ। ਔਰ ਇੱਥੇ ਸਾਡੇ ਕੋਲੇ ਸਾਡੇ ਦੇਸ਼ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੋਰਾਂ ਦਾ ਜਿਹੜਾ ਬੁੱਤ ਹੈ ਉਹ ਤੁਸੀਂ ਦੇਖ ਰਹੇ ਹੈਗੇ ਹੋ। ਤੇ ਜਦੋਂ ਤੁਸੀਂ ਇਹ ਬੁੱਤ ਬਣਾਉਣੇ ਹੋ ਥੱਲੇ ਜ਼ਿਕਰ ਜਿਹੜਾ ਹੈਗਾ ਖਾਸ ਤੌਰ ਤੇ ਪਾਇਆ ਹੁੰਦਾ ਵੀ ਫਲਾਣੇ ਦਾ ਧੰਨਵਾਦ ਹੈ, ਤੇ ਕੀ ਹੁੰਦਾ ਕੋਈ ਇਸ ਖਾਸ ਸ਼ਖਸੀਅਤ ਨੂੰ ਸੱਦ ਕੇ ਉਦਘਾਟਨ ਕਰਾਉਂਦੇ ਹੋ? ਅਸਲ ਦੇ ਵਿੱਚ ਕੀ ਹੈ ਕਿ ਸੰਯੋਗ ਬਣ ਗਿਆ, ਜਿਹੜੇ ਲਾਲ ਬਹਾਦਰ ਸ਼ਾਸਤਰੀ ਦੇ ਪੋਤਰੇ ਨਾ, ਉਹਨਾਂ ਦਾ ਨਾਮ ਹੈਗਾ ਆਦਰਸ਼ ਸ਼ਾਸਤਰੀ ਜੀ, ਉਹ ਆਏ। ਉਹ ਫਿਰ ਉਹਨਾਂ ਦੀ ਯਾਦ ਦੇ ਵਿੱਚ ਮੈਂ ਉਹਨਾਂ ਨੇ ਆਉਣਾ ਸੀਗਾ, ਜਦੋਂ ਉਹਨਾਂ ਦਾ ਫੋਨ ਆਇਆ ਤੇ ਮੈਂ ਉਹਨਾਂ ਦੀ ਯਾਦ 'ਚ ਲਿਖ ਦਿੱਤਾ ਵੀ ਭਾਰਤ ਦੇ ਸਭ ਤੋਂ ਜਿਹੜੇ ਮਹਾਨ ਇਮਾਨਦਾਰ ਪ੍ਰਧਾਨ ਮੰਤਰੀ ਹੈ ਨਾ, ਇਮਾਨਦਾਰ ਪ੍ਰਧਾਨ ਮੰਤਰੀ ਹੈ। ਤੇ ਉਹ ਸੰਯੋਗ ਸੀ ਕਿ ਉਹ ਆਏ, ਉਹ ਬਹੁਤ ਹੀ ਸਾਦਗੀ ਨਾਲ ਰਹਿਣ ਵਾਲੇ ਆਦਰਸ਼ ਸ਼ਾਸਤਰੀ ਜੀ, ਉਹ ਦਿੱਲੀ ਤੋਂ ਉਚੇਚੇ ਤੌਰ ਤੇ ਆਏ ਤੇ ਉਹਨਾਂ ਦਾ ਫਿਰ ਮੈਂ ਤਾਂ ਨਾਮ ਲਿਖ ਦਿੱਤਾ।
ਤੇ ਉਹ ਬਹੁਤ ਖੁਸ਼ ਹੋਏ ਕਿ ਸਾਡੇ ਦਾਦਾ ਜੀਆਂ ਦਾ ਤੁਸੀਂ ਸਟੈਚੂ ਲਾਇਆ। ਮੈਂ ਕਿਹਾ ਤੁਹਾਡੇ ਦਾਦਾ ਜੀਆਂ ਦਾ ਨਹੀਂ, ਇਹ ਭਾਰਤ ਦੇ ਸਭ ਤੋਂ ਜਿਹੜਾ ਹੈਗਾ ਨਾ ਇਮਾਨਦਾਰ ਸ਼ਖਸੀਅਤ ਦਾ ਜਿਹੜਾ ਹੈਗਾ ਉਹ ਸਟੈਚੂ ਲਗਾਇਆ ਗਿਆ। ਇਮਾਨਦਾਰ ਹੋਰ ਵੀ ਬਹੁਤ ਹੈ, ਪਰ ਉਹਨਾਂ ਦੀ ਇਮਾਨਦਾਰੀ ਜਿਹੜੀ ਹੈ ਜਗਜਾਰ ਹੈ ਜੀ। ਤੇ ਇਧਰ ਥੱਲੇ ਅਸੀਂ ਦੇਖਦੇ ਹਾਂ ਜੀ ਗਿੱਲ ਸਾਹਿਬ, ਇਹ ਮੇਰੇ ਖਿਆਲ ਬਾਬੇ ਮਹਾਤਮਾ ਗਾਂਧੀ ਹੋਰਾਂ ਦਾ ਬੁੱਤ ਜਿਹੜਾ ਹੈਗਾ ਉਹ ਤੁਸੀਂ ਬਣਾ ਕੇ ਰੱਖਿਆ ਹੋਇਆ। ਤੇ ਇਹ ਇਸ ਤਰ੍ਹਾਂ ਦੇ ਇੱਕ ਜਿਹੜੀ ਬੁੱਤ ਦੀ ਆਪਾਂ ਗੱਲ ਕਰ ਲਈਏ, ਕਿੰਨੇ ਚਿਰ ਦੇ ਵਿੱਚ ਇਹ ਬੁੱਤ ਤਿਆਰ ਹੋ ਜਾਂਦਾ ਤੇ ਕਿਸ ਤਰ੍ਹਾਂ ਵੀ ਇਹਨੂੰ ਕਿਸੇ ਮਸ਼ੀਨ 'ਚ ਬਣਾਉਂਦੇ ਜੇ, ਕਿਸ ਤਰੀਕੇ ਇਹਨੂੰ ਤਿਆਰ ਕੀਤਾ ਜਾਂਦਾ, ਉਸ ਬਾਰੇ ਜਿਹੜਾ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ। ਜੀ ਸਿੱਧੂ ਸਾਹਿਬ, ਇਹ 'ਚ ਨਾ ਮਸ਼ੀਨ ਕੋਈ ਵੀ ਨਹੀਂ ਵਰਤੀ ਜਾਂਦੀ। ਇਹ ਹਸਤ ਸ਼ਿਲਪ ਹੈ, ਹੱਥ ਨਾਲ ਹੀ ਜਿਹੜੀ ਆ ਅਸੀਂ ਆਕਾਰ ਦਿੰਨੇ ਆ। ਤੇ ਚਾਹੇ ਕੋਈ ਵੀ ਮਟੀਰੀਅਲ ਹੋਵੇ, ਕੰਮ ਇਹ ਹੱਥ ਨਾਲ ਹੀ ਹੁੰਦਾ। ਹੱਥ ਨਾਲ ਹੀ ਹੋ। ਹਾਂਜੀ ਹਾਂਜੀ ਹਾਂਜੀ, ਇਹ ਮਹਾਤਮਾ ਗਾਂਧੀ ਜੀ ਦਾ। ਤੇ ਉਹਦੇ 'ਚ ਦਰਸਾਇਆ ਗਿਆ ਕਿ ਉਹਨਾਂ ਦੀ ਸਾਦਗੀ ਕਿੰਨੀ ਸੀਗੀ, ਹਨਾ। ਆਪਣੇ ਆਮ ਕਰਕੇ ਖਾਸ ਕਰਕੇ ਪੰਜਾਬ ਜਿਹੜਾ ਹੈ ਚਮਕ ਦਮਕ ਨੂੰ ਜ਼ਿਆਦਾ ਉਹ ਜਿਹੜਾ ਅਹਿਮੀਅਤ ਦਿੰਦਾ ਹੈ। ਤੇ ਮੈਂ ਇਹ ਚਾਹੁੰਦਾ ਹੁੰਦਾ ਵੀ ਵੇਖੋ, ਐਡੇ ਵੱਡੇ ਬੈਰਿਸਟਰ ਸੀਗੇ, ਐਡੇ ਵੱਡੇ ਉਹ ਦੇਸ਼ ਭਗਤ ਸੀਗੇ, ਤੇ ਸਾਦਗੀ ਉਹਨਾਂ 'ਚ ਕਿੰਨੀ ਸੀਗੀ। ਉਹਨਾਂ ਨੇ ਦੱਸਿਆ ਕਿ ਅਸੀਂ ਆਪਣੀਆਂ ਜਿਹੜੀਆਂ ਲੋੜਾਂ ਦੇ ਉੱਪਰ ਕਿਵੇਂ ਕਾਬੂ ਪਾ ਸਕਦੇ ਹਾਂ, ਹਨਾ। ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ, ਗੱਲ ਸਾਹਿਬ ਨੇ ਜਿਵੇਂ ਦੱਸਿਆ ਹੈਗਾ ਵੀ ਵਾਕਈ ਕਿਸ ਤਰੀਕੇ ਨਾਲ ਉਹ ਸਿਰਜਣਾ ਕਰਦੇ ਹੈਗੇ ਆ। ਸਾਡੇ ਮੁਲਕ ਦੇ ਵਿੱਚ ਸਦੀਆਂ ਤੋਂ ਜਿਹੜੀਆਂ ਹੈਗੀਆਂ ਅਸੀਂ ਮੂਰਤੀਆਂ ਦੇਖਦੇ ਪਏ ਹੈਗੇ, ਖਾਸ ਤੌਰ ਦੇ ਉੱਤੇ ਜਿੰਨੀਆਂ ਵੀ ਪੁਰਾਣੇ ਸਾਡੇ ਜਿਹੜੇ ਪਹਾੜੀ ਇਲਾਕੇ ਸੀ ਉਹਨਾਂ ਦੇ ਵਿੱਚ ਦੇਖ ਰਹੇ ਹੈਗੇ ਆ, ਦਿੱਲੀ ਵਿੱਚ ਦੇਖ ਰਹੇ ਹੈਗੇ, ਲਾਹੌਰ ਦੇ ਵਿੱਚ ਦੇਖ ਰਹੇ ਹੈਗੇ ਆ, ਪੁਰਾਣੇ ਇਤਿਹਾਸਿਕ ਸ਼ਹਿਰਾਂ ਦੇ ਵਿੱਚ ਸਾਨੂੰ ਜਿਹੜੀਆਂ ਮਹਾਨਗਰਾਂ ਦੇ ਵਿੱਚ ਪੁਰਾਣੀਆਂ ਤੋਂ ਪੁਰਾਣੀਆਂ ਜਿਹੜੀਆਂ ਮੂਰਤੀਆਂ, ਚਾਹੇ ਉਹ ਚੌਂਕਾਂ ਦੇ ਵਿੱਚ ਆ, ਚਾਹੇ ਉਹ ਕਿਸੇ ਇਤਿਹਾਸਿਕ ਸਥਾਨ ਦੇ ਉੱਤੇ ਬਣਾਈਆਂ ਗਈਆਂ ਹੈਗੀਆਂ। ਤਾਂ ਜਿਵੇਂ ਮਹਾਰੌਲੀ ਦਾ ਲੋਹ ਸਤੰਭ ਹੈਗਾ ਜਾਂ ਕੁਤਬ ਮੀਨਾਰ ਹੈਗੀ, ਸਾਡੇ ਕੋਲ ਸਟੈਚੂ ਹੈ, ਇਸੇ ਤਰ੍ਹਾਂ ਬਾਮਿਆਨ ਬੁੱਧ ਦੀਆਂ ਮੂਰਤੀਆਂ ਜਿਹੜੀਆਂ ਹੈਗੀਆਂ ਅਸੀਂ ਉੱਥੇ ਦੇਖਦੇ ਸੀਗੇ ਕਿ ਕਿਸ ਤਰੀਕੇ ਅਰਬ ਦੇ ਵਿੱਚ ਬਣੀਆਂ ਹੋਈਆਂ ਆ, ਅਫਗਾਨਿਸਤਾਨ ਦੇ ਵਿੱਚ। ਤੇ ਇਹ ਇੱਕ ਸਾਡੇ ਕੋਲੇ ਗੌਤਮ ਬੁੱਧ ਜਿਹੜੇ ਹੈਗੇ ਆ, ਬੁੱਧ ਧਰਮ ਦੇ ਬਾਣੀ, ਉਹਨਾਂ ਦੀ ਜਿਹੜੀ ਇਹ ਮੂਰਤੀ ਹੈਗੀ ਆ ਉਹ ਇਹ ਬਣਾਈ ਗਈ ਹੈਗੀ ਆ। ਤੇ ਇਹ ਵੀ ਗਿੱਲ ਸਾਹਿਬ ਦੀ ਇੱਕ ਬਹੁਤ ਵਧੀਆ ਸਿਰਜਣਾ ਹੈਗੀ ਆ। ਤੇ ਗਿੱਲ ਸਾਹਿਬ, ਇਹ ਕਿੱਦਾਂ ਤੁਹਾਨੂੰ ਮਹਾਤਮਾ ਬੁੱਧ ਦਾ ਖਿਆਲ ਆਇਆ? ਵੈਸੇ ਦੇਵੀ ਦੇਵਤੇ ਦੀ ਮੈਨੂੰ ਕੋਈ ਮੂਰਤੀ ਹੋਰ ਨਜ਼ਰ ਨਹੀਂ ਆਈ, ਕੀ ਕਾਰਨ ਹੈ ਜੀ? ਉਹਨਾਂ ਦੀ ਸ਼ਾਂਤੀ ਨੇ ਜਿਹੜਾ ਪ੍ਰਭਾਵਿਤ ਕੀਤਾ, ਉਹਨਾਂ ਦੀਆਂ ਲਾਈਨਾਂ ਨੇ ਪ੍ਰਭਾਵਿਤ ਕੀਤਾ। ਦੂਸਰਿਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੋ ਜਿਸ ਤਰ੍ਹਾਂ ਦਾ ਵਿਵਹਾਰ ਤੁਸੀਂ ਆਪਣੇ ਨਾਲ ਚਾਹੁੰਦੇ ਹੋ। ਤੇ ਮੈਨੂੰ ਉਹਨਾਂ ਦੀ ਸ਼ਾਂਤੀ ਕਰਕੇ, ਅਸੀਂ ਸਾਰਾ ਪਰਿਵਾਰ ਹੀ ਨਾ ਸ਼ਾਂਤੀ ਪਸੰਦ ਆ। ਸਾਨੂੰ ਗੌਤਮ ਬੁੱਧ ਜੀਆਂ ਦੀ ਸ਼ਾਂਤੀ ਬਹੁਤ ਜ਼ਿਆਦਾ ਚੰਗੀ ਲੱਗੀ, ਤੇ ਇਸ ਕਰਕੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਹੈਗਾ ਇਹ ਉਹਨਾਂ ਦਾ ਸਰੂਪ ਬਣਾਇਆ ਗਿਆ। ਅੱਛਾ, ਹਾਂਜੀ। ਅੱਛਾ, ਹੁਣ ਜਦੋਂ ਇਹ ਸਾਰੀਆਂ ਤੁਸੀਂ ਬੁੱਤ ਜਿਹੜੇ ਬਣਾਏ ਹੈਗੇ ਆ, ਕਿਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੇ ਕਿਤੇ ਪੈਰ ਫੇਰਾ ਇੱਧਰ ਪਾਇਆ ਹੋਊਗਾ? ਕਿਹੜੇ ਲੋਕ ਇਸ ਤਰ੍ਹਾਂ ਦੇ ਆਏ ਜਿਹੜੇ ਚਰਚਿਤ ਰਹੇ ਹੈਗੇ ਆ ਤੇ ਉਹ ਤੁਹਾਡੀ ਸਲਾਹੁਤਾ ਕਰਕੇ ਗਏ ਨੇ? ਜੀ ਇੱਥੇ ਬਹੁਤ ਜ਼ਿਆਦਾ ਸ਼ਖਸੀਅਤਾਂ ਆਈਆਂ। ਮੈਨੂੰ ਕਾਫੀ ਨਾਮ ਹੀ ਭੁੱਲ ਜਾਂਦੇ ਆ ਆਮ ਕਰਕੇ, ਪਰ ਫਿਰ ਵੀ ਜਿਹੜੇ ਮੇਨ ਹੈ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਔਰ ਗਾਇਕਾਂ ਦੇ ਵਿੱਚੋਂ ਤਾਂ ਤਕਰੀਬਨ ਮੇਨ ਜਿਹੜੇ ਹੈਗੇ ਸਿੰਗਰ, ਜਿਵੇਂ ਹਰਭਜਨ ਮਾਨ ਜੀ, ਮੁਹੰਮਦ ਸਦੀਕ, ਗਿੱਲ ਹਰਦੀਪ ਜੀ, ਹੋਰ ਇੱਥੇ ਮੈਨੂੰ ਹੁਣ ਸ਼ਖਸੀਅਤਾਂ ਬਹੁਤੀਆਂ ਯਾਦ ਨਹੀਂ, ਜਿੰਨੇ ਕਿ ਮੈਂ ਫੋਟੋ ਦੇਖ ਲੈਣਾ ਮੈਨੂੰ ਯਾਦ ਆ ਜਾਂਦੇ ਆ। ਬਹੁਤ ਜ਼ਿਆਦਾ ਸ਼ਖਸੀਅਤਾਂ ਨੇ ਇੱਥੇ ਆ ਕੇ ਤੇ ਇਹਨੂੰ ਮਹਾਨ ਦੇਸ਼ ਭਗਤ ਪਾਰਕ ਨੂੰ ਦੇਖਿਆ ਤੇ ਪ੍ਰਸ਼ੰਸਾ ਕੀਤੀ ਹੈ। ਮਾਣਾਂ ਸਨਮਾਨਾਂ ਦੀ ਗੱਲ ਕਰ ਲਈਏ, ਵੱਡੇ ਪੱਧਰ ਦੇ ਉੱਤੇ ਦੇਸ਼ ਵਿੱਚ ਜਦੋਂ ਕੋਈ ਵਧੀਆ ਇਦਾਂ ਦਾ ਕੋਈ ਕੰਮ ਕਰਦਾ ਹੈਗਾ ਤੇ ਮਾਣ ਸਨਮਾਨ ਸਰਕਾਰਾਂ ਵੱਲੋਂ ਵੀ ਦਿੱਤਾ ਜਾਂਦਾ, ਜੀ ਆ ਸਾਹਿਤ ਅਕਾਦਮੀ ਅਵਾਰਡ ਮਿਲ ਗਿਆ, ਜੀ ਆ ਫਲਾਨਾ ਅਵਾਰਡ ਮਿਲ ਗਿਆ। ਤੁਹਾਨੂੰ ਕੋਈ ਇਸ ਤਰ੍ਹਾਂ ਦਾ ਹਜੇ ਤੱਕ ਪੁੱਛਿਆ ਗਿਆ, ਕੋਈ ਮਾਣ ਸਨਮਾਨ ਮਿਲਿਆ, ਜਾਂ ਬਸ ਇਦਾਂ ਹੀ ਸਾਰਤਾ? ਇਸ ਤਰ੍ਹਾਂ ਹੈ ਵੀ ਮਾਣ ਸਨਮਾਨ ਵਾਸਤੇ ਨਾ ਆਪਦਾ ਆਪ ਦਰਸਾਉਣਾ ਪੈਂਦਾ, ਅਪਲਾਈ ਕਰਨਾ ਪੈਂਦਾ ਕਿ ਮੈਂ ਆਰਟਿਸਟ ਹਾਂ, ਮੈਂ ਆਹ ਕੰਮ ਕੀਤਾ, ਮੈਂ ਉਹ ਕੰਮ ਕੀਤਾ। ਇਹ ਕੰਮ ਮੈਂ ਕਰਦਾ ਨਹੀਂ, ਮੈਂ ਨਹੀਂ ਕਦੀ ਕਿਸੇ ਐਪਲੀਕੇਸ਼ਨ ਦਿੱਤੀ, ਤੇ ਨਾ ਮੈਂ ਕਦੀ ਜਿਹੜਾ ਹੈਗਾ ਉਹ ਦੇਊਂਗਾ ਹੀ ਵੀ ਮੈਂ ਕੋਈ ਆਰਟਿਸਟ ਹਾਂ। ਮੈਂ ਤਾਂ ਆਪਣਾ ਕੰਮ ਕਰਦਾ ਜਾਣਾ, ਜਿਹੜਾ ਲੋਕ ਪਿਆਰ ਕਰਦੇ ਨੇ ਉਹ ਮੇਰੇ ਵਾਸਤੇ ਵੱਡਾ ਅਵਾਰਡ ਆ। ਹਾਂਜੀ, ਤੇ ਹੋਰ ਮੈਨੂੰ ਕਿਸੇ ਅਵਾਰਡ ਦੀ ਕੋਈ ਨਾ ਮੈਨੂੰ ਲੱਗਿਆ ਨਹੀਂ ਵੀ ਮੈਨੂੰ ਕੋਈ ਘਾਟ ਰਹਿ ਗਈ ਹੈ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਇਹ ਜਿਹੜਾ ਸ਼ਖਸੀਅਤਾਂ ਦਾ ਜਿਹੜਾ ਮੈਂ ਕੰਮ ਕਰੀ ਜਾ ਰਿਹਾ, ਉਹਨਾਂ ਦਾ ਆਸ਼ੀਰਵਾਦ ਆ ਮੇਰੇ ਸਿਰ ਉੱਪਰ, ਤੇ ਮੈਨੂੰ ਲੋਕ ਪਿਆਰ ਕਰਦੇ ਆ। ਤੇ ਅਸੀਂ ਦੋਨੋਂ ਭਰਾ ਜਿਹੜੇ ਹੈਗੇ ਆ ਉਹ ਰਾਤ ਦਿਨ ਲੱਗੇ ਰਹਿੰਦੇ ਆ। ਹਾਂਜੀ, ਤੇ ਇਹ ਤਾਂ ਬਹੁਤ ਵਧੀਆ ਗੱਲ ਹੈਗੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜੀ ਹੈਗੀ ਆ ਕਲਾ, ਜਿਹੜੀ ਇਹ ਸਿਰਜਣਾ ਤੁਸੀਂ ਗੱਲ ਕੀਤੀ ਹੈਗੀ ਆ ਵੀ ਬੁੱਤ ਜਿਹੜੇ ਹੈਗੇ ਆ ਤੁਸੀਂ ਬਣਾਉਣੇ ਪਏ ਹੋ ਲੰਮੇ ਅਰਸੇ ਤੋਂ, ਔਰ ਬਤੌਰ ਤੁਸੀਂ ਇਹਨੂੰ ਕਿਰਤ ਵੀ ਬਣਾ ਲਿਆ ਹੈਗਾ। ਵਾਕਈ ਜਦੋਂ ਕਲਾਕਾਰ ਦੀ ਸੰਤੁਸ਼ਟੀ ਇਸ ਗੱਲ 'ਚ ਵੀ ਕਈ ਵਾਰੀ ਹੁੰਦੀ ਹੈ ਕਿ ਕਲਾਕਾਰ ਜਿਹੜਾ ਹੈਗਾ ਆ ਲੋਕਾਂ ਦੇ ਜ਼ਰੀਏ ਜਿਹੜਾ ਮਿਲਣ ਵਾਲੀ ਪ੍ਰਸ਼ੰਸਾ ਹੈਗੀ ਆ, ਉਹ ਬਹੁਤ ਵੱਡੀ ਗੱਲ ਹੁੰਦੀ ਹੈਗੀ ਆ। ਪਰ ਕਹਿੰਦੇ ਇਕੱਲੇ ਪ੍ਰਸ਼ੰਸਾ ਨਾਲ ਤਾਂ ਢਿੱਡ ਨਹੀਂ ਭਰਦਾ ਹੁੰਦਾ ਹੈਗਾ। ਫਿਰ ਵੀ ਕਦੇ ਉਸ ਤਰੀਕੇ ਕੋਈ ਮਾਈਕ ਹੈਲਪ ਜਿਹੜੀ ਹੈ ਕਿਸੇ ਸੰਸਥਾ ਨੇ ਜਾਂ ਸਰਕਾਰ ਨੇ ਜਾਂ ਕਿਸੇ ਨੇ ਹੋਰ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ, ਇਸ ਤਰ੍ਹਾਂ ਨਹੀਂ, ਇਹਨਾਂ ਲੋਕਾਂ ਕੋਲ ਇੰਨਾ ਸਮਾਂ ਨਹੀਂ। ਸਰਕਾਰਾਂ ਦਾ ਰੁਝਾਨ ਜਿਹੜਾ ਚੋਣਾਂ ਦੇ ਵਿੱਚ ਰਹਿੰਦਾ, ਉਹ ਉਹਨਾਂ ਨੂੰ ਵੋਟ ਬੈਂਕ ਹੀ ਆਪਣੇ ਦਿਖਦੇ ਆ।
ਔਰ ਸੰਸਥਾਵਾਂ ਦਾ ਪਤਾ ਨਹੀਂ ਧਿਆਨ ਕਿੱਧਰ ਹੈ, ਮੈਂ ਨਹੀਂ ਕੁਝ ਵੀ ਕਹਿਣਾ ਚਾਹੁੰਦਾ, ਪਰ ਮੈਨੂੰ ਇੰਨਾ ਪਤਾ ਵੀ ਸਾਡੇ ਪਰਿਵਾਰ ਦਾ ਧਿਆਨ ਜਿਹੜਾ ਦੇਸ਼ ਭਗਤਾਂ ਦੀ ਵਿਰਾਸਤ ਸਾਂਭਣ ਵਾਲਾ ਹੈ। ਅਸੀਂ ਲੱਗੇ ਰਵਾਂਗੇ, ਆਪਣੀ ਦਸਾਂ ਨੌਵਾਂ ਦੀ ਕਿਰਤ ਦੇ ਨਾਲ ਚਲਾਈ ਚੱਲਾਂਗੇ, ਹਨਾ। ਪਰਮਾਤਮਾ ਕਿਰਪਾ ਕਰੇ ਅਸੀਂ ਇਸੇ ਤਰ੍ਹਾਂ ਲੱਗੇ ਰਹੀਏ। ਹਾਂ, ਜੇ ਕਿਸੇ ਦੇ ਸੰਸਥਾ ਦਾ ਕਿਤੇ ਕੋਈ ਉਹਨੂੰ ਲੱਗਾ ਵੀ ਇਹ ਬੰਦੇ ਠੀਕ ਕੰਮ ਕਰ ਰਹੇ, ਇਹਨਾਂ ਦੀ ਕੋਈ ਸਹਾਇਤਾ ਕਰੀਏ ਤੇ ਪਾਰਕ ਦਾ ਹੋਰ ਵੀ ਵਿਕਾਸ, ਹੋਰ ਵੀ ਵੱਡਾ ਆਕਾਰ ਹੋ ਜਾਊਗਾ। ਨਹੀਂ ਤਾਂ ਇਸ ਤਰ੍ਹਾਂ ਤਾਂ ਕਰੀ ਜਾ ਰਹੇ ਹਾਂ ਨਾ। ਤੇ ਮੈਂ ਦੁਆ ਕਰਦਾ ਵੀ ਸਾਨੂੰ ਪ੍ਰਮਾਤਮਾ ਇਸੇ ਤਰ੍ਹਾਂ ਬਲ ਬਖਸ਼ਦੇ ਰਹਿਣ ਤੇ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੀਏ। ਆਪਣੀ ਕਲਾ ਨੂੰ ਗਾਂ ਹੋਰਾਂ ਲੋਕਾਂ ਤੱਕ ਪਹੁੰਚਾਉਣ ਦੀ ਜਾਂ ਕੋਈ ਇਸ ਤਰ੍ਹਾਂ ਸ਼ਾਗਿਰਦ ਵੀ ਕੋਈ ਤਿਆਰ ਕੀਤੇ ਤੁਸੀਂ ਆਪਣੇ? ਇਸ ਤਰ੍ਹਾਂ ਹੈ ਵੀ ਮੈਂ ਬਹੁਤ ਕੋਸ਼ਿਸ਼ ਕੀਤੀ, ਬਹੁਤ ਜ਼ਿਆਦਾ ਬੰਦੇ ਨਾਲ ਲੱਗੇ ਹੁੰਦੇ ਸੀਗੇ, ਤੇ ਪਰ ਮੈਂ ਨਾ ਰਸੂਲ ਹਮਜ਼ਾ ਤੋਂ ਉਹਦੀਆਂ ਲਾਈਨਾਂ ਪੜ੍ਹੀਆਂ ਕਿ ਕਲਾਕਾਰ ਬਣਾਇਆ ਨਹੀਂ ਬਣਦੇ, ਕਲਾਕਾਰ ਜੰਮਦੇ ਆ। ਤੇ ਜਦੋਂ ਮੈਂ ਇਹ ਲਾਈਨਾਂ ਪੜ੍ਹੀਆਂ ਉਦੋਂ ਤਾਂ ਮੇਰਾ ਮਨ ਖੜ ਗਿਆ ਵੀ ਹਾਂ, ਇਹ ਵਾਕਈ ਗੱਲ ਸਹੀ ਹੈ, ਕਿਉਂਕਿ ਲੋਕਾਂ ਦੇ ਕੋਲ ਨਾ ਜੀਰਾ ਹੈ ਨਹੀਂ, ਇਹ ਜੇਰੇ ਦਾ ਕੰਮ ਹੈ। ਇਹ ਬਹੁਤ ਧੀਰਜ ਦਾ, ਪੇਸ਼ੈਂਸ ਬਹੁਤ ਜ਼ਿਆਦਾ ਚਾਹੀਦੀ ਹੈ। ਅੱਛਾ, ਤੇ ਇਸ ਕਰਕੇ ਜਿਹੜਾ ਹੁਣ ਤਾਂ ਮੇਰਾ ਨਾ ਇਹ ਦਿਲ ਕਰਦਾ ਵੀ ਕੰਮ ਕਰੀ ਚੱਲੀਏ, ਹੁਣ ਟਾਈਮ ਨਾ ਖਰਾਬ ਕੀਤਾ ਜਾਵੇ। ਕੋਈ ਸ਼ੱਕ ਨਹੀਂ ਗਿੱਲ ਸਾਹਿਬ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਅੱਜ ਗੱਲਬਾਤ ਕਰਕੇ ਸਾਡੇ ਇਸ ਪ੍ਰੋਗਰਾਮ ਸ਼ੌਂਕ ਅਵਲੜੇ ਦੇ ਵਿੱਚ। ਤੇ ਮੈਂ ਇਸ ਗੱਲੋਂ ਦੁਆ ਵੀ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਹੀ ਜਿਹੜਾ ਇਹ ਹੁਨਰ ਹੈਗਾ ਇਹਦੇ ਵਿੱਚ ਕਿ ਤੁਸੀਂ ਹੋਰ ਤੋਂ ਹੋਰ ਜਿਹੜਾ ਹੈਗਾ ਤਰੱਕੀਆਂ ਕਰੋ, ਬੁਲੰਦੀਆਂ ਤੇ ਪਹੁੰਚੋ, ਔਰ ਦੂਰ ਤੱਕ ਬੈਠੇ ਜਿਹੜੇ ਸਾਡੇ ਪੰਜਾਬੀ ਹੈਗੇ ਆ ਔਰ ਖਾਸ ਤੌਰ ਤੇ ਇਸ ਕਲਾ ਨੂੰ ਪਿਆਰ ਕਰਨ ਵਾਲੇ ਲੋਕਾਂ ਤੱਕ ਜਿਹੜੀ ਆ ਤੁਹਾਡੀ ਉਹ ਪਹੁੰਚ ਹੋਵੇ। ਸੋ ਇਹ ਸੀ ਸਰਦਾਰ ਮਨਜੀਤ ਸਿੰਘ ਗਿੱਲ, ਪਿੰਡ ਘੱਲ ਕਲਾਂ ਮੋਗਾ, ਜਿਨ੍ਹਾਂ ਨੇ ਇੱਥੇ ਇੱਕ ਬਹੁਤ ਵੱਡਾ ਜਿਹੜਾ ਮਿਊਜ਼ੀਅਮ ਹੈ ਉਹ ਬਣਾਇਆ ਹੋਇਆ, ਔਰ ਇਸ ਤਰੀਕੇ ਨਾਲ ਉਹ ਵੱਖ-ਵੱਖ ਜਿਹੜੇ ਆ ਤੁਸੀਂ ਅੱਜ ਬੁੱਤ ਦੇਖੇ ਆ ਉਹਨਾਂ ਦੀ ਉਹ ਸਿਰਜਣਾ ਕਰਦੇ ਹੈਗੇ ਆ। ਔਰ ਵਾਕਈ ਇਹਨਾਂ ਦੀ ਕਲਾ ਨੂੰ ਜਿਹੜਾ ਹੈਗਾ ਆ ਅਸੀਂ ਸਿਜਦਾ ਕਰਦੇ ਹੈਗੇ ਆ। ਵਾਕਈ ਇਸ ਤਰ੍ਹਾਂ ਦੇ ਜਿਹੜੇ ਕਲਾਕਾਰ ਹੈਗੇ ਆ ਉਹ ਦੀਵਾ ਲੈ ਕੇ ਭਾਲਿਆਂ ਹੀ ਲੱਭਦੇ ਹੈਗੇ ਆ। ਸੋ ਉਹਨਾਂ 'ਚੋਂ ਮਨਜੀਤ ਸਿੰਘ ਗਿੱਲ ਸੀਗੇ ਜਿਹੜੇ ਸਾਡੇ ਅੱਜ ਦੇ ਮਹਿਮਾਨ ਰਹੇ ਨੇ। ਤੇ ਕਿਸ ਤਰੀਕੇ ਦਾ ਲੱਗਿਆ ਤੁਹਾਨੂੰ ਇਹ ਸਾਡਾ ਪ੍ਰੋਗਰਾਮ, ਤੁਸੀਂ ਇਸ ਬਾਰੇ ਸਾਨੂੰ ਜ਼ਰੂਰ ਦੱਸਣਾ। ਸੋ ਇੱਥੇ ਹੀ ਅੱਜ ਦਾ ਇਹ ਪ੍ਰੋਗਰਾਮ ਅਸੀਂ ਸਮਾਪਤ ਕਰਦੇ ਹਾਂ ਤੇ ਅਗਲੀ ਵਾਰੀ ਫਿਰ ਕਿਸੇ ਹੋਰ ਇਸੇ ਤਰ੍ਹਾਂ ਦੇ ਕਲਾਕਾਰ ਨਾਲ ਤੁਹਾਡੇ ਰੂਬਰੂ ਕਰਾਂਗੇ। ਉਦੋਂ ਤੱਕ ਲਈ ਦਿਓ ਸਾਨੂੰ ਦੋਹਾਂ ਨੂੰ ਹੀ ਆਗਿਆ। ਸਤਿ ਸ਼੍ਰੀ ਅਕਾਲ, ਰੱਬ ਰਾਖਾ।